ਅੱਜ ਇੱਕ ਖਾਸ ਗੱਲਬਾਤ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਕਰਨ ਦੇ ਲਈ ਅਸੀਂ ਹਾਜ਼ਰ ਹੋਏ ਹਾਂ। ਫਲੂ ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਫਲੂ ਦੀ ਸਮੱਸਿਆ ਨਾਲ ਸਾਹਮਣਾ ਕਰਨਾ ਪੈ ਰਿਹਾ। ਆਮ ਤੌਰ ਦੇ ਉੱਤੇ ਨਜ਼ਲਾ ਜ਼ੁਕਾਮ ਹੁੰਦਾ ਸੀ, ਹਟ ਜਾਂਦਾ ਸੀ 2-3 ਦਿਨ ਬਾਅਦ। ਬਹੁਤ ਸਾਰੇ ਲੋਕਾਂ ਨੂੰ 8-8 ਦਿਨ 10-10 ਦਿਨ ਹਟ ਨਹੀਂ ਰਿਹਾ ਅਤੇ ਹਾਲਤ ਕਈ ਲੋਕਾਂ ਦੀ ਬਹੁਤ ਬੁਰੀ ਆ। ਇਹ ਕੋਵਿਡ ਆ, ਇਹ ਕੀ ਆ? ਇਹਦੇ ਲਈ ਦਵਾਈ ਲੈਣੀ ਚਾਹੀਦੀ ਆ ਜਾਂ ਦਵਾਈ ਤੋਂ ਬਿਨਾਂ ਵੀ ਓਨੇ ਦਿਨ ਹੀ ਲਾਉਂਦਾ ਅਤੇ ਦਵਾਈ ਲੈ ਲਓ ਫਿਰ ਵੀ ਓਨੇ ਦਿਨ ਹੀ ਲੱਗਦੇ ਆ? ਇਹ ਹੈ ਕੀ? ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਇਹ ਬਹੁਤ ਜ਼ਿਆਦਾ ਜਿਹੜਾ ਫਲੂ ਆ ਇਸ ਵੇਲੇ ਅਸੀਂ ਫਲੂ ਕਹਿੰਦੇ, ਅਸਲ 'ਚ ਹੈ ਕੀ ਜੀ? ਕੁਛ ਡਾਕਟਰ ਕਹਿੰਦੇ ਵੀ ਥੋੜ੍ਹਾ ਚਿਰ ਪਹਿਲਾਂ ਇਹਨੂੰ ਹੀ ਕੋਵਿਡ ਕਹਿੰਦੇ ਸੀ, ਉਹੀ ਹੁਣ ਫਲੂ ਆ ਜੀ। ਦੇਖੋ, ਜਦੋਂ ਸਾਨੂੰ ਕੋਈ ਵੀ ਰੈਸਪੀਰੇਟਰੀ ਸਿੰਪਟਮ ਹੁੰਦੇ ਆ, ਜਿੱਦਾਂ ਨੱਕ ਵਗਣਾ, ਛਿੱਕਾਂ ਆਉਣੀਆਂ, ਖੰਘ ਹੋਣੀਆਂ, ਸਾਹ ਚੜ੍ਹਨਾ, ਕੋਈ ਵੀ ਰੈਸਪੀਰੇਟਰੀ ਸਿਸਟਮ ਦੇ ਨਾਲ ਸੰਬੰਧਿਤ ਗੱਲ ਹੁੰਦੀ ਹੈ ਤਾਂ ਬਹੁਤਾ ਕਰਕੇ ਉਹ ਵਾਇਰਸ ਕਰਕੇ ਹੀ ਹੁੰਦੀ ਆ। ਕੋਵਿਡ ਵੀ ਇੱਕ ਵਾਇਰਸ ਆ। ਜਿਹੜਾ ਫਲੂ ਨਾਂ ਹੈਗਾ, ਇਨਫਲੂਐਂਜ਼ਾ ਕਰਕੇ ਇੱਕ ਵਾਇਰਸ ਹੁੰਦਾ, ਉਹਦਾ ਛੋਟਾ ਨਾਂ ਫਲੂ ਰੱਖਤਾ। ਜਿੱਦਾਂ ਕਿਸੇ ਦਾ ਬਹੁਤ ਵੱਡਾ ਨਾਂ ਹੋਇਆ ਨਾ, ਜਿੱਦਾਂ ਉਹਨੂੰ ਛੋਟਾ ਕਈ ਵਾਰ ਆਪਾਂ ਨਿਕਨੇਮ ਦੇ ਦਿੰਦੇ, ਤਾਂ ਨਿਕਨੇਮ ਬਣ ਗਿਆ ਫਲੂ, FLU। ਬੜਾ ਸੌਖਾ, ਨਾਲੇ ਕਹਿਣਾ ਵੀ ਸੌਖਾ, ਸਮਝਣਾ ਵੀ ਸੌਖਾ ਹੈ। ਇਨਫਲੂਐਂਜ਼ਾ ਵਾਇਰਸ। ਹੁਣ ਆਪਾਂ ਉਸ ਦੌਰ 'ਤੇ ਜਾਈਏ ਜਦੋਂ ਕੋਵਿਡ ਦਾ ਸਾਨੂੰ ਪਤਾ ਨਹੀਂ ਸੀ, ਲੇਕਿਨ ਫਲੂ ਦਾ ਤਾਂ ਪਤਾ ਸੀ, ਕਿਉਂਕਿ 100 ਸਾਲ ਤੋਂ ਅਸੀਂ ਜਾਣਦੇ ਹਾਂ ਵੀ ਸਪੈਨਿਸ਼ ਫਲੂ ਨੇ ਤਰਥੱਲੀ ਮਚਾਈ ਸੀ, ਜਿਹੜਾ ਬਹੁਤ ਵੱਡੀ ਇੱਕ ਮਹਾਂਮਾਰੀ ਸਪੈਨਿਸ਼ ਫਲੂ ਨੇ ਕੀਤੀ ਸੀ ਐਗਜ਼ੈਕਟਲੀ 100 ਸਾਲ ਪਹਿਲਾਂ। ਸੋ ਉਹ ਵਾਇਰਸ ਪ੍ਰਤੀ ਸਾਡੀ ਜਾਣਕਾਰੀ ਹੈਗੀ ਹੈ। ਸਾਨੂੰ ਪਤਾ ਹਰ ਸਾਲ ਉਹਨੇ ਸਿਆਲਾਂ ਦੇ ਵਿੱਚ ਜ਼ਿਆਦਾ ਅਸਰ ਕਰਨਾ, ਔਰ ਉਹਦੇ ਲਈ ਫਲੂ ਦਾ ਟੀਕਾ ਵੀ ਅਸੀਂ ਲਾਉਂਦੇ ਸੀ। ਔਰ ਖਾਸ ਕਰਕੇ ਉਹ ਜਿਹੜੇ ਵੀ ਹਾਈ ਰਿਸਕ ਹੈਗੇ ਆ, ਅਸੀਂ ਕਿਉਂਕਿ ਅਸੀਂ ਪੇਸ਼ੈਂਟ ਨੂੰ ਮਿਲਣਾ ਜੁਲਣਾ ਅਸੀਂ ਨਾ ਪਾਸ ਡਾਊਨ ਕਰੀਏ, ਡਾਕਟਰਸ, ਨਰਸਿਸ, ਫਿਰ ਪੇਸ਼ੈਂਟ ਉਹ ਜਿਹੜੇ ਵਧੇਰੀ ਉਮਰ ਦੇ ਆ, ਜਾਂ ਫਿਰ ਜਿਨ੍ਹਾਂ ਨੂੰ ਹਾਰਟ ਪ੍ਰੋਬਲਮ ਹੈ, ਲੰਗ ਪ੍ਰੋਬਲਮ ਹੈ, ਕਿਡਨੀ ਪ੍ਰੋਬਲਮ ਹੈ, ਮੋਟਾਪਾ, ਇਮਿਊਨ ਸਿਸਟਮ ਲੋ ਹੈ ਵਗੈਰਾ। ਹੁਣ ਤੁਸੀਂ ਦੇਖੋ, ਹਰ ਸਾਲ ਕਿਉਂ ਫਲੂ ਦਾ ਟੀਕਾ ਲਾਉਣਾ ਪੈਂਦਾ ਸੀ? ਕਿਉਂਕਿ ਫਲੂ ਦਾ ਵਾਇਰਸ ਵੀ ਚਮਤਕਾਰੀ ਆ, ਉਹ ਆਪਣਾ ਮੂੰਹ ਮਾਂਦਰਾ ਬਦਲਦੀ ਜਾਂਦਾ। ਜਿੱਦਾਂ ਨਹੀਂ ਆਪਾਂ ਹੁਣ ਕੋਵਿਡ ਦਾ ਵੇਰੀਐਂਟ ਦੀ ਗੱਲ ਕਰਦੇ, ਉਹ ਵੀ ਆਪਣਾ ਜੈਨੇਟਿਕ ਸਟਰਕਚਰ ਚੇਂਜ ਕਰਦਾ। ਉਹ ਵੀ ਸਿਆਣਾ, ਉਹ ਕਹਿੰਦਾ ਯਾਰ ਇਹ ਤਾਂ ਟੀਕਾ ਤਿਆਰ ਕਰ ਲਏ ਤਾਂ ਆਪਾਂ ਅਗਲੇ ਸਾਲ ਆਪਣਾ ਰੂਪ ਬਦਲ ਲੈਂਦੇ ਹਾਂ। ਸੋ ਆਪਣਾ ਰੂਪਾਂਤਰ ਬਦਲ ਕੇ, ਇਸ ਲਈ ਸਾਨੂੰ ਉਸ ਹਿਸਾਬ ਦੇ ਨਾਲ ਟੀਕੇ ਬਣਾਉਣੇ ਪੈਂਦੇ। ਹੁਣ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਹਮੇਸ਼ਾ ਆਸਟ੍ਰੇਲੀਆ ਨੂੰ ਫੋਲੋ ਕਰਦੇ ਹਾਂ। ਹੁਣ ਇਸ ਵੇਲੇ ਸਾਡੇ ਸਮਰ ਸ਼ੁਰੂ ਹੋਈ ਆ, ਆਸਟ੍ਰੇਲੀਆ 'ਚ ਵਿੰਟਰ ਸ਼ੁਰੂ ਹੋ ਗਈ ਹੈ। ਜੋ ਆਸਟ੍ਰੇਲੀਆ 'ਚ ਬੀਤਣਾ ਵਿੰਟਰ 'ਚ, ਉਹ ਸਾਡੇ ਵਿੰਟਰ 'ਚ ਆਉਣ ਵਾਲੇ 4-6 ਮਹੀਨੇ ਬਾਅਦ ਸ਼ੁਰੂਆਤ ਹੋਣੀ ਹੈ। ਕਿਉਂਕਿ ਉਹੀ ਵਾਇਰਸ ਸਰਕੂਲੇਟ ਕਰਦਾ ਧਰਤੀ 'ਤੇ, ਉੱਥੇ ਠੰਡ ਆ, ਉੱਥੇ ਉਹੀ ਵਾਇਰਸ ਨੇ ਟਰੈਵਲ ਹੋ ਕੇ ਫਿਰ ਇਸ ਪਾਸੇ ਆਉਣਾ। ਸੋ ਉਸ ਗੱਲ ਨੂੰ ਦੇਖ ਕੇ ਜਿਹੜੇ ਵਾਇਰੋਲੋਜਿਸਟ ਆ, ਵਾਇਰਲ ਇਨਫੈਕਸ਼ਨ ਦੇ ਮਾਹਿਰ ਆ, ਉਹਨਾਂ ਨੂੰ ਵਾਇਰੋਲੋਜਿਸਟ ਕਹਿੰਦੇ ਆ। ਉਹ ਸਿਰਫ ਵਾਇਰਸ ਪ੍ਰਤੀ ਹੀ ਆਪਣੀ ਸਟੱਡੀ ਕਰਦੇ ਆ। ਉਹ ਉਹਨਾਂ ਦੇ ਸੈਂਟਰ ਹੈਗੇ ਆ, WHO ਨਾਲ ਵੀ ਕੰਮ ਕਰਦੇ ਆ, ਉੱਦਾਂ ਵੀ। ਤਾਂ ਮੀਟਿੰਗ ਕਰਕੇ ਕਹਿੰਦੇ ਆ ਵੀ ਆਹ ਜਿਹੜਾ ਫਲੂ ਦਾ ਟੀਕਾ ਤਿਆਰ ਕਰਨਾ, ਇਹ 'ਚ 4 ਆਪਾਂ ਚੀਜ਼ਾਂ ਪਾਉਣੀਆਂ ਜਿਹੜੀ ਜ਼ਿਆਦਾ ਹਾਵੀ ਹੋ ਰਹੀਆਂ ਉਸ ਪਾਸੇ, ਜਿਹੜੀ ਹੁਣ ਨਾਰਥ ਅਮਰੀਕਾ 'ਚ, ਯੂਰਪ 'ਚ ਹੋਣਗੀਆਂ। ਕਈ ਵਾਰ ਉਹਨਾਂ ਦਾ ਕੈਲਕੂਲੇਸ਼ਨ ਵੀ ਰੋਂਗ ਹੁੰਦਾ। ਕੁਛ ਸਾਲ ਪਹਿਲਾਂ ਉਹਨਾਂ ਨੇ ਜਿਹੜੇ ਟੀਕੇ ਪਾਏ ਸੀ, ਵਾਇਰਸ ਹੋਰ ਤੁਰਿਆ ਫਿਰਦਾ ਸੀ, ਪ੍ਰੋਟੈਕਸ਼ਨ ਨਹੀਂ ਸੀ, ਲੇਕਿਨ ਅਮੂਮਨ ਉਹਨਾਂ ਦਾ ਜਿਹੜਾ ਪ੍ਰੈਡਿਕਸ਼ਨ ਠੀਕ ਹੁੰਦਾ। ਹੁਣ ਜਿਹੜਾ ਕੋਵਿਡ ਜੀ ਆ, ਇਹ ਵੀ ਵਾਇਰਸ ਹੈਗਾ। ਇਹਦੇ ਪ੍ਰਤੀ ਅਸੀਂ ਬਹੁਤ ਸਾਰੇ ਲੋਕਾਂ ਨੇ 2 ਟੀਕੇ ਅਤੇ 1 ਬੂਸਟਰ ਲਾਇਆ, ਕਈਆਂ ਨੇ 4 ਵੀ ਲਾਇਆ, ਜਿਨ੍ਹਾਂ ਦੀ ਹੈਲਥ ਜ਼ਿਆਦਾ ਖਰਾਬ ਆ। ਅਤੇ ਹੁਣ ਸਾਡੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮੂਨਾਈਜੇਸ਼ਨ ਨਾਸੀ ਕਹਿ ਰਹੀ ਹੈ ਵੀ ਚੌਥਾ ਡੋਜ਼ ਸਾਰਿਆਂ ਨੂੰ ਲੱਗਣਾ, ਸਿਆਲਾਂ 'ਚ ਲਾਉਣਾ ਹੀ ਪੈਣਾ। ਉਹਦੇ 2 ਰੀਜ਼ਨ ਹੈ। ਪਹਿਲਾਂ ਤਾਂ ਐਂਟੀਬਾਡੀ ਲੈਵਲ ਥੱਲੇ ਚਲੀ ਜਾਣੀ ਸ਼ੁਰੂ ਹੋ ਜਾਂਦੀ। ਦੂਜਾ, ਜਿਹੜਾ ਓਮੀਕਰੋਨ ਸਾਊਥ ਅਫਰੀਕਾ ਤੋਂ ਸ਼ੁਰੂ ਹੋਇਆ ਸੀ ਕਰੀਬਨ ਨਵੰਬਰ 'ਚ, ਉਹਨੂੰ ਹੁਣ ਉਸ ਵਾਇਰਸ ਨੇ ਆਪਣਾ ਰੂਪਾਂਤਰ ਬਦਲ ਕੇ BA.4 ਅਤੇ BA.5, ਜਿਹੜਾ BA.5 ਹੈਗਾ, ਉਹਦੇ ਕੇਸਿਸ ਨਿਰੰਤਰ ਵੱਧਦੇ ਜਾ ਰਹੇ ਆ। ਨਾਰਥ ਅਮਰੀਕਾ 'ਚ, ਕੈਨੇਡਾ ਦੇ ਵਿੱਚ ਵੀ, ਓਨਟੇਰੀਓ 'ਚ, ਕਿਊਬੈਕ 'ਚ, ਅਤੇ ਇੱਥੇ ਵੀ ਵਧਣਗੇ। ਉਹ ਜਿਹੜਾ ਹੈਗਾ ਵੈਕਸੀਨ, ਉਹਦੇ ਉੱਤੇ ਇੰਨਾ ਅਸਰਦਾਰੀ ਨਹੀਂ ਆ, ਨਾਲੇ ਇਮਿਊਨ ਸਿਸਟਮ ਨੂੰ ਚਕਮਾ ਦੇ ਜਾਂਦਾ। ਜਦ ਤੱਕ ਇਮਿਊਨ ਸਿਸਟਮ ਨੂੰ ਪਤਾ ਲੱਗਦਾ ਵੀ ਇਸ ਬੋਡੀ 'ਚ ਵਾਇਰਸ ਹੈ, ਕਾਫੀ ਕੁਛ ਆਪਣਾ ਕੰਮ ਕਰ ਚੁੱਕਿਆ ਹੁੰਦਾ। ਸੋ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਇਸ ਵੇਲੇ ਟੂਲ ਨਹੀਂ ਹੈਗਾ ਵੀ ਉਹਦੇ ਪ੍ਰਤੀ ਅਸੀਂ ਹੁਣ ਕਰੀਏ ਅਤੇ ਕਰੀਏ ਕੀ। ਸੋ ਬੇਸਲਾਈਨ ਫਿਰ ਅਸੀਂ, ਕਿਉਂਕਿ ਹੁਣ ਅਚਾਨਕ ਲੋਕਡਾਊਨ ਖਤਮ ਹੋਇਆ, ਅਸੀਂ ਬਹੁਤ ਸੰਘਣੀਆਂ ਫੰਕਸ਼ਨਸ 'ਚ ਜਾਣ ਲੱਗ ਪਏ, ਬਹੁਤ ਵੱਡੇ ਵੱਡੇ ਕੌਂਸਰਟਸ 'ਚ ਜਾਣ ਲੱਗ ਪਏ, ਹੈ ਨਾ, ਜਿੱਥੇ ਹਜ਼ਾਰਾਂ ਲੋਕ ਇਕੱਠੇ ਹੁੰਦੇ ਆ। ਅਸੀਂ ਹੈਂਡ ਵਾਸ਼ਿੰਗ ਨਹੀਂ ਕਰ ਰਹੇ, ਸੋਸ਼ਲ ਡਿਸਟੈਂਸ ਨਹੀਂ ਰੱਖ ਰਹੇ। ਅਸੀਂ ਉਹ ਜਿਹੜੇ ਪਹਿਲੋਂ ਕਰਦੇ ਸੀ ਇਮਾਨਦਾਰੀ ਨਾਲ ਕੰਮ, ਉਹ ਘੱਟ ਗਿਆ। ਫਾਈਜ਼ਰ ਨੇ ਐਲਾਨ ਕੀਤਾ ਵੀ ਅਕਤੂਬਰ 'ਚ ਉਹਨਾਂ ਦਾ ਜਿਹੜਾ ਬੂਸਟਰ ਟੀਕਾ ਆਊਗਾ, ਜਿਹੜਾ ਸਾਨੂੰ ਸਾਰਿਆਂ ਨੂੰ ਰਿਕਮੈਂਡਡ ਹੈ ਵੀ ਲਾਉਣਾ ਚਾਹੀਦਾ, ਉਹਦੇ ਵਿੱਚ ਉਹ BA.4 ਅਤੇ BA.5 ਵੀ ਪਾਉਣਗੇ, ਵੀ ਉਹਨਾਂ ਤੋਂ ਵੀ ਪ੍ਰੋਟੈਕਸ਼ਨ ਮਿਲੂਗੀ। ਅਤੇ ਮੋਡਰਨਾ ਨੂੰ ਵੀ ਕਰਨਾ ਪੈਣਾ। ਹੁਣ ਜਿਹੜੇ ਨਿੱਕੇ ਨਿਆਣੇ 6 ਮਹੀਨੇ ਤੋਂ ਉੱਤੇ,
5 ਸਾਲ ਦੇ, ਉਹਨਾਂ ਨੂੰ 2 ਹਫ਼ਤੇ ਹੋ ਗਏ ਆ, ਕਰੀਬਨ 3 ਲੱਖ ਬੱਚਿਆਂ ਨੂੰ ਟੀਕੇ ਲੱਗ ਚੁੱਕੇ ਆ ਅਮਰੀਕਾ 'ਚ, ਔਰ ਕੋਈ ਸਾਈਡ ਇਫੈਕਟ ਨਹੀਂ ਆ ਰਿਹਾ। ਔਰ ਮੈਨੂੰ ਲੱਗਦਾ ਬਹੁਤ ਛੇਤੀ ਕੁਛ ਹਫ਼ਤਿਆਂ 'ਚ ਇੱਥੇ ਵੀ ਮਨਜ਼ੂਰੀ ਮਿਲ ਜਾਣੀ ਹੈ। 23 ਜੂਨ ਨੂੰ ਫਾਈਜ਼ਰ ਨੇ ਅਰਜੀ ਪਾਈ ਸੀ, ਉਹ ਪ੍ਰੋਸੈਸਿੰਗ 'ਚ ਚਾਲੂ ਆ, ਔਰ ਉਹਨਾਂ ਨੂੰ ਮਾਨਤੀ ਮਿਲ ਜਾਣੀ ਆ। ਫਾਈਜ਼ਰ ਦੇ 3 ਟੀਕੇ ਲੱਗਣੇ ਆ ਨਿੱਕੇ ਬੱਚਿਆਂ ਨੂੰ, ਮੋਡਰਨਾ ਦੇ 2 ਲੱਗਣੇ ਆ। ਉਹਨਾਂ ਦੇ ਡੋਸਿਸ ਅਲੱਗ-ਅਲੱਗ ਹੈ। ਮੋਡਰਨਾ ਦਾ ਹੈਗਾ 25 ਮਾਈਕਰੋਗ੍ਰਾਮ ਅਤੇ ਫਾਈਜ਼ਰ ਦਾ ਹੈਗਾ 3 ਮਾਈਕਰੋਗ੍ਰਾਮ ਦਾ ਪਰ ਡੋਜ਼। ਹੁਣ ਆਪਾਂ ਗੱਲ ਮੁੜ ਕੇ ਆਈਏ ਐਡਲਟਸ 'ਚ, ਵੀ ਜਿਨ੍ਹਾਂ ਨੂੰ ਟੀਕੇ ਵੀ ਲੱਗੇ ਕੋਵਿਡ ਦੇ, ਉਹ ਕੋਵਿਡ ਟੈਸਟ ਕਰਦੇ ਆ, ਰੈਪਿਡ ਟੈਸਟ ਨੈਗੇਟਿਵ ਆ ਰਿਹਾ, ਲੱਛਣ ਉਹਨਾਂ ਦੇ ਫਿਰ ਫਲੂ ਵਰਗੇ ਜਾਂ ਕੋਵਿਡ ਵਰਗੇ ਆ। ਸੋ ਇਹ 'ਤੇ 2-3 ਗੱਲਾਂ। ਪਹਿਲੀ ਗੱਲ ਤਾਂ ਇਹ ਆ ਵੀ ਅਸੀਂ 1-2 ਸਾਲ ਲੋਕਡਾਊਨ 'ਚ ਰਹੇ ਸਿਆਲਾਂ 'ਚ, ਖਾਸ ਕਰਕੇ ਸਮਰ 'ਚ ਥੋੜ੍ਹੀ ਖੁੱਲ੍ਹ ਰਹੀ, ਲੇਕਿਨ ਸਿਆਲਾਂ 'ਚ ਉਹ ਸਾਡਾ ਇਮਿਊਨ ਸਿਸਟਮ ਥੋੜ੍ਹਾ ਉਹਨੂੰ ਜੰਗ ਲੱਗ ਗਈ ਇੱਕ ਕਿਸਮ ਦੀ। ਉਹ ਵਿਚਾਰਾ ਹੁਣ ਇਸ ਵੇਲੇ ਫਿਰ ਆਪਣੇ ਆਪ ਨੂੰ ਸੁੱਤੇ ਪਏ ਤੋਂ ਜਗਾ ਰਿਹਾ ਵੀ ਮੈਂ ਹੁਣ ਕਰਾਂ ਤੇ ਕਰਾਂ ਕੀ, ਵੀ 2 ਸਾਲ ਤਾਂ ਇਹਨਾਂ ਨੇ ਮੇਰੇ ਤੋਂ ਕੰਮ ਨਹੀਂ ਲਿੱਤਾ। ਇੱਕ ਆਹ ਰੀਜ਼ਨ ਹੈ। ਦੂਜਾ ਇਹ ਹੈਗਾ ਵੀ ਜਿਹੜਾ ਇਸ ਵਾਰੀ ਜਿਹੜਾ ਫਲੂ ਦਾ ਵਾਇਰਸ ਆ, ਉਹ ਜ਼ਿਆਦਾ ਮਿਊਟੇਟਡ ਹੈਗਾ, ਉਹਨੇ ਆਪਣਾ ਮੂੰਹ ਮਾਂਦਰਾ ਜ਼ਿਆਦਾ ਬਦਲਿਆ ਹੋਇਆ। ਸੋ ਉਹ ਵੀ ਇੱਕ ਰੀਜ਼ਨ ਹੈ ਵੀ ਫਲੂ ਸ਼ਾਟ ਬਹੁਤ ਲੋਕਾਂ ਨੇ ਲਾਇਆ, ਫਿਰ ਉਹ ਅਸਰਦਾਈ ਥੋੜ੍ਹਾ ਘੱਟ ਹੋ ਰਿਹਾ। ਤੀਜਾ ਜਿਹੜਾ ਰੈਪਿਡ ਟੈਸਟ ਹੈਗਾ, ਉਹ 100% ਤਾਂ ਹੈ ਨਹੀਂ, ਉਹ ਤੁਹਾਨੂੰ ਮਤਲਬ ਕੁਛ ਉਹਦੀ ਸੈਂਸਿਟੀਵਿਟੀ ਹੈ, ਸਪੈਸੀਫਿਸਿਟੀ ਹੈ, ਬਟ ਹੋ ਸਕਦਾ, ਮੈਂ ਕਈ ਵਾਰ ਦੇਖਿਆ ਕਈਆਂ ਲੋਕਾਂ ਦਾ ਨਾ ਮਲਟੀਪਲ ਟਾਈਮ ਨੈਗੇਟਿਵ ਹੋ ਕੇ ਫਿਰ ਪੋਜ਼ੀਟਿਵ ਆ ਜਾਂਦਾ। ਸੋ ਇੱਕ ਇਹ ਵੀ ਰੀਜ਼ਨ ਹੋ ਸਕਦਾ। ਲੇਕਿਨ ਗੱਲ ਇਹ ਹੈਗੀ ਆ ਵੀ ਕੋਈ ਵੀ ਰੈਸਪੀਰੇਟਰੀ ਇਨਫੈਕਸ਼ਨ ਹੋਏ, ਭਾਵੇਂ ਫਲੂ ਹੋਏ, ਕੋਵਿਡ ਹੋਵੇ, ਇਨਫਲੂਐਂਜ਼ਾ ਹੋਏ, ਪੈਰਾ ਇਨਫਲੂਐਂਜ਼ਾ, ਐਡੀਨੋ, ਰਾਈਨੋ, RSV, ਇਹ 4 ਫਲੂ ਦੇ ਵਾਇਰਸ ਜਿਹੜੇ ਹੈਗੇ ਹਾਵੀ ਹੈ ਇਸ ਵੇਲੇ ਕਮਿਊਨਿਟੀ 'ਚ। ਮੌਸਮ ਦਾ ਵੀ ਇਹਦੇ ਉੱਤੇ ਅਸਰ ਜੋ ਤੁਸੀਂ ਦੇਖੋ, ਪਿਛਲੇ ਸਾਲ ਆਪਾਂ ਕਵਰੇਜ ਕੀਤੀ ਸੀ ਹੀਟ ਡੋਮ ਦੀ, ਐਂਡ ਆਫ ਜੂਨ ਫਸਟ ਵੀਕ ਆਫ ਜੁਲਾਈ, ਜਦੋਂ ਆਪਣਾ ਕੈਨੇਡਾ ਦੇਸ਼ ਚੱਲ ਰਿਹਾ ਸੀ, ਅਤੇ ਉਹ ਜਿਹੜਾ ਅਸਰ ਸੀ ਹੀਟ ਦਾ, ਉਹ ਵਾਇਰਸ ਨੂੰ ਕਿਲ ਕਰਦਾ, ਸਪਰੈਸ ਕਰਦਾ, ਵਾਇਰਸ ਨੂੰ ਦਬਾਉਂਦਾ। ਸਾਡਾ ਮੀਂਹ ਪੈ ਜਾਂਦਾ, ਮੌਸਮ ਠੰਡ ਹੋ ਜਾਂਦੀ ਆ, ਫਿਰ 2-4 ਦਿਨ ਗਰਮੀ ਲੱਗਦੀ ਆ, ਅਜੇ ਕੜਾਕੇ ਦੀ ਧੁੱਪ ਨਹੀਂ ਲੱਗੀ। ਜਿਸ ਦਿਨ ਹਫ਼ਤਾ ਕੜਾਕੇ ਦੀ ਧੁੱਪ ਲੱਗੀ, ਮੈਂ ਨਹੀਂ ਚਾਹੁੰਦਾ ਵੀ ਹੀਟ ਡੋਮ ਵਰਗਾ ਦੁਖਾਂਤ ਭੁਗਤਣਾ ਪਏ, ਲੇਕਿਨ ਧੁੱਪ ਕਹਿ ਰਿਹਾ, ਤੁਸੀਂ ਦੇਖੋ ਇਹ ਸਾਰੇ ਇਨਫੈਕਸ਼ਨ ਘੱਟ ਜਾਣੇ। ਮੈਂ ਨਿਰੰਤਰ ਬੱਚਿਆਂ 'ਚ ਦੇਖ ਰਿਹਾ, ਰੋਜ਼ ਅਰਾਊਂਡ 50% ਬੱਚੇ ਰੈਸਪੀਰੇਟਰੀ ਇਲਨੈਸ ਕਰਕੇ ਆ ਰਹੇ, ਨਾਰਮਲੀ ਨਹੀਂ ਹੁੰਦੇ ਸੀ ਇਸ ਸੀਜ਼ਨ 'ਚ। ਵਾਇਰਸ ਦੇ ਪ੍ਰਤੀ ਸਾਡੇ ਕੋਲ ਐਂਟੀਬਾਇਓਟਿਕਸ ਨਹੀਂ ਹੈਗੀਆਂ। ਬੈਕਟੀਰੀਆ ਦੇ ਉੱਤੇ ਕੰਮ ਕਰਦੀ। ਮੈਂ ਦੱਸਦਾ, ਬੈਕਟੀਰੀਆ ਜਿੱਦਾਂ ਇੱਕ ਅੰਗੂਰ ਦਾ ਦਾਣਾ ਹੁੰਦਾ, ਤੁਸੀਂ ਮੋਰੀਆਂ ਕਰ ਦਿਓ, ਉਹਦਾ ਪਾਣੀ ਲੀਕ ਹੋ ਜਾਊਗਾ ਅਤੇ ਫਿਸ ਗਿਆ, ਹੈ ਨਾ। ਉੱਦਾਂ ਹੀ ਬੈਕਟੀਰੀਆ ਦੀ ਸੈੱਲ ਵਾਲ ਹੁੰਦੀ ਹੈ, ਜਿਹੜੀ ਐਂਟੀਬਾਇਓਟਿਕਸ ਹੈ ਉਹ ਸੈੱਲ ਵਾਲ ਨੂੰ ਡੈਮੇਜ ਕਰਦੀ, ਹੋਲ ਕਰਦੀ ਹੈ, ਅਤੇ ਬੈਕਟੀਰੀਆ ਲੀਕ ਹੋ ਕੇ ਡੈਮੇਜ ਹੋ ਕੇ ਮਰ ਜਾਂਦਾ। ਜਿਹੜਾ ਵਾਇਰਸ ਇਹਦੇ ਧਾਗਾ, ਇਹਦੀ ਸੈੱਲ ਵਾਲ ਹੈ ਹੀ ਨਹੀਂ, ਅਤੇ ਐਂਟੀਬਾਇਓਟਿਕ ਦਾ ਕੰਮ ਨਹੀਂ ਕਰਦੀ। ਐਂਟੀਵਾਇਰਲ ਐਂਟੀਬੋਡੀਜ਼ ਹੈਗੀ ਹੈ, ਐਂਟੀਵਾਇਰਲ ਮੈਡੀਕੇਸ਼ਨ ਹੈਗੀ ਹੈ ਫॉर ਡਿਫਰੈਂਟ ਵਾਇਰਸਿਸ, ਜਿੱਦਾਂ ਹਰਪੀਸ ਦਾ ਵਾਇਰਸ ਲੈ ਲਓ ਜਾਂ ਹੋਰ ਕੋਈ। ਬਟ ਫਲੂ ਵਾਇਰਸ ਵਾਸਤੇ ਕੋਈ ਵੀ ਜਿੱਦਾਂ ਗੋਲੀ ਨਹੀਂ ਆ, ਐਂਟੀਬਾਇਓਟਿਕ ਨਹੀਂ ਆ, ਤਾਂ ਸਾਡੇ ਇਮਿਊਨ ਸਿਸਟਮ ਨੂੰ ਵੀ ਫਾਈਟ ਕਰਨਾ ਪੈਣਾ। ਬਟ ਇਮਿਊਨ ਸਿਸਟਮ 'ਚ ਜਿਹੜਾ ਹੈਗਾ ਜੰਗ ਲੱਗਿਆ ਸੀ, ਉਹ ਤੈਨਾਤ ਹੋ ਰਿਹਾ। ਸਾਡੇ ਉੱਤੇ ਲੋਡ ਪਿਆ ਹੋਇਆ, ਕੋਵਿਡ ਦਾ ਵੀ ਪਿਆ ਹੋਇਆ, ਰੈਗੂਲਰ ਫਲੂ ਦਾ ਵੀ ਪਿਆ ਹੋਇਆ। ਤੀਜੀ ਗੱਲ ਇਹ ਹੈਗੀ ਆ ਵੀ ਕਈ ਵਾਰ ਬੱਚਿਆਂ 'ਚ ਮੈਂ ਦੇਖਦਾ ਵੀ, ਨਾਲੇ ਬਜ਼ੁਰਗਾਂ 'ਚ ਵੀ ਹੁੰਦਾ, ਜਿਹੜਾ ਫਲੂ ਕੰਪਲੀਕੇਟ ਹੋ ਕੇ ਉਹਦੇ ਵਿੱਚ ਨਿਮੋਨੀਆ ਹੋ ਸਕਦਾ, ਕੰਨ 'ਚ ਇਨਫੈਕਸ਼ਨ ਹੋ ਸਕਦਾ, ਸਾਈਨਸ 'ਚ ਇਨਫੈਕਸ਼ਨ ਹੋ ਸਕਦਾ, ਐਕਸਕਿਊਜ਼ ਮੀ। ਸੋ ਉਦੋਂ ਉਹਨੂੰ ਕਲੀਨਿਕਲੀ ਅਸੀਂ ਐਂਟੀਬਾਇਓਟਿਕ ਵੀ ਦਿੰਦੇ ਹਾਂ। ਅੱਜ ਹੀ ਮੈਂ ਇੱਕ ਪੇਸ਼ੈਂਟ ਮੈਂ ਦੇਖਿਆ ਜਿਹਨੂੰ ਨਿਮੋਨੀਆ ਵੀ ਹੋਇਆ ਹੋਇਆ ਸੀ, ਐਕਸਰੇ ਤੋਂ ਪਤਾ ਲੱਗਦਾ। ਸੋ ਹੁਣ 67% ਅਗਰ ਕਹੀਏ ਨਿਮੋਨੀਆ, ਉਹ ਵਾਇਰਸ ਤੋਂ ਹੁੰਦਾ। ਲੇਕਿਨ ਹੁਣ ਇਹ ਤਾਂ ਰਿਸਰਚ ਬੇਸ ਹੈ ਨਾ, ਕਲੀਨਿਕਲੀ ਸਾਨੂੰ ਜਾਣਾ ਪੈਂਦਾ ਵੀ ਬੱਚੇ ਦੀ ਹਾਲਤ ਖ਼ਰਾਬ ਹੋ ਰਹੀ ਹੈ, ਉਹਦਾ ਸਾਹ ਵੱਧ ਰਿਹਾ, ਉਹਦੀ ਭੁੱਖ ਘਟ ਗਈ ਆ, ਉਹਦੀ ਖੰਘ ਬਲਗਮ ਵਾਲੀ ਜ਼ਿਆਦਾ ਹੋ ਗਈ ਆ, ਸੈਕਰੀਸ਼ਨਸ ਉਹਦੇ ਯੈਲੋ ਹੋਈ ਜਾ ਰਹੇ ਆ। ਸੋ ਤਾਂ ਅਸੀਂ ਫਿਰ ਐਂਟੀਬਾਇਓਟਿਕ ਵੀ ਸਟਾਰਟ ਕਰਦੇ ਹਾਂ, ਬਟ ਰੇਅਰਲੀ ਇਹਦੀ ਲੋੜ ਪੈਂਦੀ। ਕੋਵਿਡ ਤੋਂ ਪਹਿਲਾਂ ਕਰੀਬਨ 15,000 ਲੋਕ ਜਿਹੜੇ ਹੈਗੇ ਆ ਹਸਪੀਟਲ 'ਚ ਐਡਮਿਟ ਹੁੰਦੇ ਸੀ, ਬਜ਼ੁਰਗ ਖਾਸ ਕਰਕੇ ਇਨਫਲੂਐਂਜ਼ਾ ਦਾ, ਤਕਰੀਬਨ 3,500 ਲੋਕ ਮਰਦੇ ਵੀ ਸੀ ਹਰ ਸਾਲ। ਇਹ ਡੇਟਾ ਹੈਗਾ ਸਾਡੇ ਕੋਲ। ਲੇਕਿਨ ਮੋਸਟਲੀ ਐਲਡਰਲੀ ਪੋਪੂਲੇਸ਼ਨ। ਤੁਸੀਂ ਦੇਖੋ ਕੋਵਿਡ ਦਾ ਪਹਿਲਾ ਵੇਵ ਕਿਹਨੂੰ ਹਿੱਟ ਕੀਤਾ? ਐਲਡਰਲੀ ਨੂੰ। 90% ਮੌਤਾਂ ਉੱਥੇ ਹੋਈਆਂ ਸੀ, ਰਾਈਟ। ਸੋ ਇਸ ਲਈ ਇਹ ਸਾਡਾ ਏਜ ਦਾ ਇੱਕ ਫੈਕਟਰ ਹੈ, ਇਮਿਊਨ ਸਿਸਟਮ ਦਾ ਫੈਕਟਰ ਹੈਗਾ, ਸਾਡੇ ਹੈਲਥ ਕੰਡੀਸ਼ਨਸ ਕਿੱਦਾਂ ਹੈਗਾ, ਇਮਿਊਨ ਕੰਪਰੋਮਾਈਜ਼ ਸਟੇਟ 'ਤੇ ਨਹੀਂ ਹੈਗਾ, ਇਹ ਸਾਰਾ ਕੁਛ ਮੈਟਰ ਕਰਦਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਦੋਸਤੋ, ਅਸੀਂ ਡਿਟੇਲ ਦੇ ਵਿੱਚ ਗੱਲਬਾਤ ਜਾਣੀ ਆ ਡਾਕਟਰ ਸਾਹਿਬ ਤੋਂ ਕਿ ਜਿਹੜਾ ਫਲੂ ਆ ਅਸਲ ਦੇ ਵਿੱਚ ਹੈ ਕੀ ਇਹ ਕੋਵਿਡ ਆ, ਦਵਾਈ ਦੀ ਲੋੜ ਕਿੱਥੇ ਪੈਂਦੀ ਹੈ, ਇਹਦੇ ਉੱਤੇ ਦਵਾਈ ਅਸਰ ਕਰਦੀ ਆ ਜਾਂ ਨਹੀਂ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਦੋਸਤੋ, ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਅਸੀਂ ਸੁਖੀਬਾਸ ਟਰੱਕ ਸੈਂਟਰ 'ਤੇ ਆਏ ਹਾਂ ਕਾਰਾਂ ਬਾਰੇ।
ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਆ ਰਹੀ ਹੈ ਕਿ ਕਾਰਾਂ ਮਿਲ ਨਹੀਂ ਰਹੀਆਂ, ਜਿਹੜੀਆਂ ਯੂਜ਼ਡ ਕਾਰਾਂ ਨੇ ਉਹ ਵੀ ਮਹਿੰਗੀਆਂ ਨੇ, ਨਵੀਆਂ ਦੀ ਵੇਟਿੰਗ ਬਹੁਤ ਲੰਬੀ ਆ। ਸਥਿਤੀ ਕੀ ਹੈ ਇਸ ਵੇਲੇ? ਕੀ ਕੁਛ ਹਾਲਤ ਬਿਹਤਰ ਹੋ ਰਹੀ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਸ ਲੱਗਦੀ ਹੈ? ਅਵੇਲੇਬਿਲਿਟੀ ਕਿੱਦਾਂ ਆ? ਲੋਕਾਂ ਦਾ ਕੀ ਰਿਸਪੌਂਸ ਆ? ਬਾਟ ਸਾਹਿਬ ਨਾਲ ਅਸੀਂ ਗੱਲਬਾਤ ਕਰਦੇ ਹਾਂ। ਬਾਟ ਸਾਹਿਬ, ਕੀ ਸਥਿਤੀ ਹੈ ਜੀ ਇਸ ਵੇਲੇ? ਕੁਛ ਇੰਪਰੂਵ ਹੋ ਰਹੀ ਹੈ ਜਾਂ ਕੀ ਸਥਿਤੀ ਹੈ ਜੀ? ਜਸਕਾਨ, ਪਹਿਲਾਂ ਤਾਂ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਟੋ ਬਿਜ਼ਨਸ ਦੇ ਵਿੱਚ ਵੀ ਬਾਕੀ ਚੀਜ਼ਾਂ ਦੇ ਸਮਾਨ ਦੇ ਨਾਲ ਸੇਮ ਹੀ ਸਿਚੁਏਸ਼ਨ ਜਿਹੜੀ ਆ, ਸਪਲਾਈ ਜਿਹੜੀ ਆ ਉਹਦੀ ਤੰਗੀ ਮਹਿਸੂਸ ਹੋ ਰਹੀ ਹੈ। ਅਸੀਂ ਵੈਸੇ ਆਸਵੰਦ ਹਾਂ ਵੀ ਇਹ ਜਿੰਨਾ ਛੇਤੀ ਤੋਂ ਛੇਤੀ ਹੋ ਸਕੇ ਇਹ ਮਸਲਾ ਹੱਲ ਹੋ ਜਾਏ, ਪਰ ਮੈਨੂੰ ਲੱਗ ਨਹੀਂ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਹਾਲੇ 12-14 ਮਹੀਨੇ ਤੱਕ ਜਾ ਕੇ। ਔਰ ਪਰਟੀਕੂਲਰਲੀ ਜਿਹੜੀਆਂ ਅੱਜ ਕੱਲ੍ਹ ਗੈਸ ਤੋਂ, ਪੈਟਰੋਲ ਤੋਂ ਜਾਂ ਡੀਜ਼ਲ ਤੋਂ ਜਿਹੜੀਆਂ ਮਹਿੰਗਾਈ ਦਾ ਜਿਹੜਾ ਦੌਰ ਚੱਲ ਰਿਹਾ, ਉਹਦੇ ਲਈ ਜਿਹੜੀ ਇਲੈਕਟ੍ਰਿਕ ਦੀਆਂ ਜਾਂ ਹਾਈਬ੍ਰਿਡ ਗੱਡੀਆਂ ਨੇ, ਉਹਨਾਂ ਦੀ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਵੇਲੇ। ਪਰ ਅਨਫੋਰਚੂਨਟਲੀ ਮੈਨੂਫੈਕਚਰ ਜਿਹੜੇ ਨੇ ਉਹ ਇੰਨੀ ਸਪਲਾਈ ਦੇ ਨਹੀਂ ਰਹੇ। ਬੇਸ਼ੱਕ ਹੁਣ ਤਕਰੀਬਨ ਸਾਰੇ ਮੈਨੂਫੈਕਚਰ, ਸਾਰੇ ਮੇਕ ਜਿਹੜੇ ਨੇ ਉਹਨਾਂ ਨੇ ਫੁੱਲ ਕਪੈਸਿਟੀ 'ਤੇ ਉਹਨਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ, ਪਰ ਸਟਿਲ ਜਿਹੜਾ ਬੈਕਲੌਗ ਚੱਲ ਰਹੀ ਆ। ਜਾਂ ਮੈਂ ਖੁਦ ਆਪਣੀ ਗੱਡੀ ਮੇਰੀ ਆਰਡਰ ਕੀਤੀ ਨੂੰ ਅੱਜ 13 ਮਹੀਨੇ ਹੋ ਗਏ ਨੇ, ਹਾਲੇ ਉਹ ਕਹਿ ਰਹੇ 4 ਮਹੀਨੇ ਹੋਰ ਲੱਗਣੇ ਨੇ। ਸੋ ਇੱਦਾਂ ਦੀ ਜਿਹੜੀ ਸਿਚੁਏਸ਼ਨ ਨੇ ਨੈਚੁਰਲੀ ਇਹ ਜਿਹੜੀ ਆ ਆਟੋ ਬਿਜ਼ਨਸ ਦੇ ਵਿੱਚ ਥੋੜ੍ਹੀ ਪੈਨਿਕ ਪਾਈ ਹੋਈ ਆ। ਗੱਡੀਆਂ ਦਾ ਨਾ ਮਿਲਣਾ, ਸ਼ਾਰਟੇਜ ਸਪਲਾਈ ਦਾ ਦੇ ਨਾਲ ਗੱਡੀਆਂ ਦੀ ਪ੍ਰਾਈਸ ਉੱਪਰ ਚਲ ਜਾਂਦੀ ਹੈ ਨੈਚੁਰਲੀ ਆ। ਸੋ ਇਹ ਵੀ ਇੱਕ ਵੱਡਾ ਮਸਲਾ ਹੋਇਆ ਆ। ਜਿਹੜੀ ਕਿ ਗੱਡੀ ਪਹਿਲਾਂ 20,000 ਦੀ ਮਿਲਦੀ ਸੀ, ਹੁਣ 22-23,000 ਦੀ ਮਿਲਦੀ ਆ। ਅਤੇ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੇ ਫਾਈਨੈਂਸ ਕਰਾਉਣੀ ਹੁੰਦੀ ਆ, ਫਿਰ ਉਹਨਾਂ ਨੂੰ ਐਕਸਟਰਾ 3,000 ਤੇ ਟੈਕਸ ਵੀ ਦੇਣਾ ਪਿਆ, 3,000 ਤੇ ਫਿਰ ਵਿਆਜ ਵੀ ਦੇਣਾ ਪੈਂਦਾ ਆ। ਸੋ ਦੁਆ ਕਰਦੇ ਹਾਂ ਕਿ ਮਸਲਾ ਛੇਤੀ ਹੱਲ ਹੋਵੇ ਜੀ। ਅਤੇ ਇਸ ਵੇਲੇ ਜਿੱਦਾਂ ਵਿਆਜ ਦਰਾਂ ਲਗਾਤਾਰ ਵਧੀਆਂ ਆ ਅਤੇ ਆਉਣ ਵਾਲੇ ਸਮੇਂ 'ਚ ਵੀ ਵੱਧ ਰਹੀਆਂ, ਫਾਈਨੈਂਸ ਦੀ ਕੀ ਆਪਸ਼ਨ ਆ? ਫਾਈਨੈਂਸ ਕਰ ਰਹੇ ਹੋ ਅਜੇ ਔਰ ਕੀ ਲੋਕਾਂ ਦਾ ਰਿਸਪੌਂਸ ਆ ਜੀ? ਹਾਂਜੀ, ਨੈਚੁਰਲੀ ਜੀ ਆਪਾਂ ਬੈਂਕ ਦੇ ਨਾਲ ਹੀ ਚੱਲਣਾ ਪੈਂਦਾ ਹੈ। ਬੈਂਕਾਂ ਨੇ ਜਿਸ ਤਰ੍ਹਾਂ ਆਪਾਂ ਸੁਣਿਆ ਹੈਗਾ ਥੋੜ੍ਹਾ ਵਿਆਜ ਉੱਪਰ ਕੀਤਾ ਆ। ਕੁਦਰਤੀ ਗੱਲ ਆ ਕਿ ਜਿਹੜੇ ਆਟੋ ਬਿਜ਼ਨਸ ਦੇ ਵਿੱਚ ਵੀ ਕਿ ਮੈਜੋਰਟੀ ਕਾਰਾਂ ਫਾਈਨੈਂਸ ਹੀ ਹੁੰਦੀਆਂ ਨੇ, ਉਹਦੀ ਜਿਹੜੀ ਆ 1/4%, 0.5% ਰੇਟ ਜਿਹੜੇ ਉੱਤੇ ਗਏ ਨੇ, ਜਿਹੜੇ ਇਸ ਅੰਡਰ ਬਿਯੋਂਡ ਆਰ ਕੰਟਰੋਲ, ਅਸੀਂ ਬਹੁਤਾ ਕੁਛ ਕਰ ਨਹੀਂ ਸਕਦੇ। ਪਰ ਨਾਲ ਦੀ ਨਾਲ ਸੁਖੀਵਾਰ ਮੋਟਰਸ 'ਤੇ ਜਿਹੜਾ ਸਾਡੀਆਂ ਆਪਣੀਆਂ ਫਾਈਨੈਂਸਿੰਗ ਕੰਪਨੀਆਂ ਨੇ, ਐਜ਼ ਅਫ ਥਿਰੇ ਐਕਚੁਅਲੀ 2 ਸਾਲ ਪਹਿਲਾਂ ਜੋ ਸਾਡੇ ਆਪਣੇ ਇੰਟਰਨਲ ਰੇਟ ਸੀ, ਅੱਜ ਵੀ ਉਹੀ ਸ਼ੀਟ ਆ ਰੇਟ ਸ਼ੀਟ ਦੀ। ਅਸੀਂ ਹਾਲੇ ਉਹ ਰੇਟ ਆਪਣੇ ਹਾਈ ਨਹੀਂ ਕੀਤੇ ਵੈਸੇ। ਹੋਪਫੁਲੀ ਵੀ ਵਿਲ ਟਰਾਈ ਟੂ ਕੀਪ ਦੇਅਰ ਵਾਚ। ਸੋ ਨੈਚੁਰਲੀ ਆ ਰੇਟ ਉੱਤੇ ਗਿਆ ਅਤੇ ਬੈਂਕਾਂ 'ਤੇ ਰੇਟ ਚਾਰਜ ਜ਼ਿਆਦਾ ਕਰਨਗੇ। ਅਤੇ ਅਵੇਲੇਬਿਲਿਟੀ ਕੀ ਹੈ? ਕੋਈ ਗੱਡੀ ਲੈਣ ਆਉਂਦਾ ਉਹਦੇ ਲਈ ਚੋਇਸ ਕੀ ਹੈ ਜੀ? ਜਿਹੜੀ ਅਵੇਲੇਬਿਲਿਟੀ ਵਹੀਕਲਸ ਦੀ ਹੈਗੀ ਹੈ? ਦੇਖੋ ਜੀ, ਗੱਡੀ ਮਿਲ ਜਾਂਦੀ ਨੇ। ਅਸੀਂ ਵੀ ਜਿਹੜੀ ਵੇਟ ਦੇ ਹਿਸਾਬ ਨਾਲ, ਵੇਟ ਦਾ ਮਤਲਬ ਇਹ ਆ ਬੇਸ਼ੱਕ ਤੁਸੀਂ ਪ੍ਰੀ ਓਨ ਗੱਡੀ ਵੀ ਲੈਣੀ ਹੈ, ਇੱਕ ਗੱਡੀ ਇਹ ਆ ਵੀ ਤੁਹਾਨੂੰ 100% ਉਹ ਗੱਡੀ ਨਹੀਂ ਇਹਨਾਂ ਦਿਨਾਂ 'ਚ ਮਿਲਣੀ ਜਿਹੜੀ ਤੁਸੀਂ ਚਾਹੁੰਦੇ ਹੋ। ਹਾਂ, ਪ੍ਰੀ ਓਨ ਗੱਡੀਆਂ 'ਤੇ ਵੀ ਆਰਡਰ ਲੈ ਜਾਂਦੇ ਨੇ, ਫਿਰ ਟਰਾਈ ਕੀਤੀ ਜਾਂਦੀ ਮੈਚ ਕਰਨ ਦੀ, ਜਿਹਦੇ ਕਿ ਅਸੀਂ ਬੜੇ ਮਾਹਰ ਹਾਂ, ਅਸੀਂ ਕਰਦੇ ਵੀ ਹਾਂ। ਸੋ ਇਹ ਜਿਹੜਾ ਸਿਸਟਮ ਇੱਦਾਂ ਚੱਲਦਾ ਹੀ ਰਹੇਗਾ ਵੈਸੇ। ਪਰ ਜੋ ਤੁਸੀਂ ਗੱਡੀ ਲੈਣੀ ਆ, ਮੈਂ ਤਾਂ ਪਹਿਲਾਂ ਵੀ ਬਹੁਤ ਵਾਰੀ ਤੁਹਾਡੇ ਇਸ TV ਸਟੇਸ਼ਨ 'ਤੇ ਵੀ, ਜਦੋਂ ਗੱਡੀ ਲੈਣੀ ਆ ਪਲਾਨ ਕਰਕੇ ਗੱਡੀ ਲਓ। ਪਹਿਲਾਂ ਤਾਂ ਘਰ ਬਹਿ ਕੇ ਉਹਨੂੰ ਆਪਣੀ ਸਾਰਾ ਪਲਾਨ ਬਣਾਓ ਵੀ ਗੱਡੀ ਦੀ ਲੋਡ ਕਿਹੜੀ ਗੱਡੀ ਦੀ ਆ, ਉਹਦੀ ਫਿਰ ਨੀਡਸ ਕਿੰਨੀ ਕਿਆ, ਲੋਡ ਕਿੰਨੀ ਕਿਆ, ਉਹਦੀ ਸਾਈਜ਼ ਕਿੱਡਾ ਚਾਹੀਦਾ, ਇੰਜਨ ਕਿੱਡਾ ਚਾਹੀਦਾ, ਤੁਸੀਂ ਜਾਣੇ ਕਿੰਨੀ ਦੂਰ ਆ। ਅਤੇ ਜਿਸ ਕਾਰਨ ਜਿਹੜਾ ਸਭ ਤੋਂ ਵਧੀਆ ਜਿਹੜਾ ਮੈਂ ਅਕਸਰ ਇਹ ਕਹਿੰਦਾ ਹੁੰਦਾ, ਬਜਟ ਇਜ਼ ਵੈਰੀ ਇੰਪੋਰਟੈਂਟ। ਪਲੀਜ਼ ਅਨਪਲਾਨ ਗੱਡੀ ਨਾ ਬਾਏ ਕਰੋ। ਕਿ ਮਹਿੰਗਾਈ ਦਾ ਦੌਰ ਹੈ, ਉੱਥੇ ਹੀ ਰਹੋ ਜਿੱਥੇ ਤੁਸੀਂ ਘਰੋਂ ਜਦੋਂ ਤੁਰੇ ਸੀ। ਜੇ ਅਸੀਂ $300 ਪੇਮੈਂਟ 'ਤੇ ਗੱਡੀ ਲੈਣੀ ਆ ਤਾਂ 300 'ਤੇ ਹੀ ਰਹੋ, ਨਾ ਕਿ ਕਿਸੇ ਵੀ ਡੀਲਰਸ਼ਿਪ 'ਤੇ ਜਾ ਕੇ ਜਾਂ ਸਾਡੇ ਆ ਕੇ ਗੱਡੀ ਨੂੰ ਦੇਖ ਕੇ, ਉਹਦਾ ਰੰਗ ਰੂਪ ਦੇਖ ਕੇ ਤੁਹਾਡਾ ਬਜਟ ਤੁਸੀਂ 300 ਦੀ ਬਜਾਏ 500 'ਤੇ ਲੈ ਜਾਓ। ਮੈਂ ਉਹਨੂੰ ਬਹੁਤਾ ਚੰਗਾ ਨਹੀਂ ਸਮਝਦਾ ਹੁੰਦਾ ਕਿ ਐਂਡ 'ਤੇ ਜਾ ਕੇ ਤੁਹਾਡੇ 'ਤੇ ਇੰਪੈਕਟ ਉਹਦਾ ਹੋਣਾ ਹੀ ਹੋਣਾ ਆ। ਕਰਕੇ $200 ਬਹੁਤੀ ਵਾਰੀ ਜਿਹੜੀਆਂ ਅੱਜ ਦੀਆਂ ਸਾਡੀਆਂ ਕਮਾਈਆਂ ਜਾਂ ਮਹਿੰਗਾਈ ਦੇ ਯੁੱਗ ਦੇ ਵਿੱਚ ਅਸੀਂ ਉਹਨੂੰ ਅਫੋਰਡ ਨਹੀਂ ਕਰ ਪਾਉਂਦੇ। ਸੋ ਸਟੇ ਇਨ ਦ ਬਜਟ। ਇਕਨੋਮਿਕਲੀ ਨੈਚੁਰਲੀ ਆ ਗੈਸ ਦੀ ਬੇਸ਼ੱਕ ਥੋੜ੍ਹੀ ਗੈਸ ਸਸਤੀ ਹੋ ਰਹੀ ਆ, ਪਰ ਕੋਸ਼ਿਸ਼ ਕਰੋ ਵੀ ਅਸੀਂ ਛੋਟੀ ਗੱਡੀ ਲੈ ਹੋ ਜਾਏ। ਕੋਈ ਜ਼ਰੂਰੀ ਨਹੀਂ ਵੀ ਦਿਖਾਲੇ ਲਈ ਬੜੀ ਸਾਰੀ ਗੱਡੀ ਡਰਾਈਵ ਵਿੱਚ ਖੜੀ ਕਰਨੀ ਆ। ਉਹੀ ਗੱਡੀ ਲਈ ਜਾਵੇ ਜਿਹਦੇ ਨਾਲ ਤੁਹਾਡਾ ਤੁਸੀਂ ਟੈਨਸ਼ਨ ਫਰੀ ਵੀ ਥੋੜ੍ਹੀ ਹੋ ਅਤੇ ਤੁਹਾਡੀ ਲੋਡ ਵੀ ਪੂਰੀ ਹੋਵੇ। ਬਾਟ ਸਾਹਿਬ, ਇੱਕ ਦੱਸਿਓ, ਇਲੈਕਟ੍ਰਿਕ ਵਹੀਕਲ ਦਾ ਬਹੁਤ ਜ਼ਿਆਦਾ ਟਰੈਂਡ ਆ, ਕੀ ਇਹ ਸਾਰਿਆਂ ਨੂੰ ਹੀ ਲੈ ਲੈਣੀ ਚਾਹੀਦੀ ਜਾਂ ਕੁਛ ਲੋਕ ਕਹਿੰਦੇ ਵੀ ਉਨੀ ਤਾਂ ਤੁਸੀਂ ਮਹਿੰਗੀ ਲੈ ਲੈਣੇ ਜਿੰਨੇ ਦੀ ਗੈਸ 5 ਸਾਲਾਂ 'ਚ ਨਹੀਂ ਲਾਉਣੀ? ਨਹੀਂ, ਕੁਛ ਲੋਕ ਨੇ ਜੀ, ਸਾਰੇ ਹੀ ਅਸੀਂ ਤਾਂ ਕਹਿੰਦੇ ਹਾਂ ਜੀ। ਮੈਂ ਤਾਂ ਜਦੋਂ ਮੇਰੇ ਕੋਲ ਵੀ ਆਉਂਦੇ ਨੇ ਜੀ, ਸਾਨੂੰ ਇਲੈਕਟ੍ਰਿਕ ਦੀ ਵਹੀਕਲ ਚਾਹੀਦੀ ਆ, ਸਾਨੂੰ ਹਾਈਬ੍ਰਿਡ ਗੱਡੀ ਚਾਹੀਦੀ ਆ,
ਉਹਨਾਂ ਨੂੰ ਅਸੀਂ ਪਹਿਲਾਂ ਕਹਿੰਦੇ ਹਾਂ ਵੀ ਸਾਡੇ ਕੋਲ ਇੱਥੇ ਬੈਠ ਕੇ ਮੈਨੂੰ ਸਮਝਾਓ ਵੀ ਤੁਹਾਨੂੰ ਇਲੈਕਟ੍ਰਿਕ ਦੀ ਗੱਡੀ ਕਿਉਂ ਚਾਹੀਦੀ ਹੈ। ਫੋਰ ਐਗਜ਼ਾਮਪਲ ਤੁਸੀਂ ਤੁਹਾਡੇ ਕੋਲ ਬੜੀ ਸੋਹਣੀ ਗੱਡੀ ਆ, ਉਹ $25,000 ਦੀ ਗੱਡੀ ਆ, ਹਾਲੇ ਸਾਲ ਖੰਡ ਪੁਰਾਣੀ ਆ, ਤੁਸੀਂ ਨਵੀਂ ਲਈ ਸੀ, ਕੋਈ ਨਥਿੰਗ ਰੋਂਗ ਵਿਦ ਇਟ, ਪਰ ਤੁਸੀਂ ਗੈਸ ਸਟੇਸ਼ਨ 'ਤੇ ਉਹ ਗੈਸ ਦੀ $2.09 ਪ੍ਰਾਈਸ ਦੇਖ ਕੇ ਸੋਚਦੇ ਵੀ ਮੈਂ ਇਲੈਕਟ੍ਰਿਕ ਦੀ ਵਹੀਕਲ ਲੈ ਲਾਂ, ਮੈਂ ਹਾਈਬ੍ਰਿਡ ਦੀ ਗੱਡੀ ਲੈ ਲਾਂ। ਹਾਂ, ਚੰਗੀ ਗੱਲ ਆ, ਪਰ ਜਦੋਂ ਤੁਸੀਂ ਡੀਲਰਸ਼ਿਪ 'ਤੇ ਜਾਣਾ ਤੁਹਾਨੂੰ ਉਹ 20-25,000 ਦੀ ਕੋਈ ਇਲੈਕਟ੍ਰਿਕ ਦੀ ਕਾਰ ਜਾਂ ਹਾਈਬ੍ਰਿਡ ਗੱਡੀ ਨਹੀਂ ਮਿਲਣੀ। ਨੈਚੁਰਲੀ ਆ ਤੁਸੀਂ ਟਰੇਡ ਕਰੋਗੇ, ਉਹਨੂੰ ਹੋਰ ਗੱਡੀ ਲਓਗੇ, $10-15-20,000 ਉਹਦੇ ਵਿੱਚ ਹੋਰ ਪਏਗਾ। ਹੁਣ ਆਉਂਦੀ ਆ, ਤੁਸੀਂ ਉਹ ਜਿਹੜੇ ਨਾਲ ਡਿਫਰੈਂਸ ਐਕਸਟਰਾ ਪੇ ਕੀਤਾ ਉਹਦੇ 'ਤੇ ਤੁਸੀਂ ਟੈਕਸ ਵੀ ਦਿੱਤਾ, ਫਿਰ ਉਹਦੇ ਵਿੱਚ ਕਿ ਮੈਜੋਰਟੀ ਟਾਈਮ ਗੱਡੀਆਂ ਫਾਈਨੈਂਸ ਕੀਤੀਆਂ ਜਾਂਦੀਆਂ, ਉਹਦੇ 'ਤੇ ਤੁਸੀਂ ਹੁਣ ਵਿਆਜ ਵੀ ਦੇਣਾ। ਪਹਿਲਾਂ ਤੁਹਾਡੀ ਪੇਮੈਂਟ $280 ਸੀ, ਹੁਣ 350 ਹੋ ਗਈ ਆ ਜਾਂ 380 ਹੋ ਗਈ ਆ। ਸੋ ਜਿਹੜਾ ਤੁਸੀਂ $100 ਉੱਧਰੋਂ ਬਚਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਉਹ 'ਤੇ ਤੁਸੀਂ ਹੁਣ ਤੁਹਾਡੀ ਪੇਮੈਂਟ ਉੱਤੇ ਚਲਾ ਗਿਆ। ਜੇ ਇਹ ਹੁਣ ਨਿਰਭਰ ਕਰਦਾ ਵੀ ਤੁਸੀਂ ਗੱਡੀ ਦੀ ਲੋਡ ਕਿੰਨੀ ਆ, ਤੁਸੀਂ ਡਿਲੀਵਰੀ ਕਰਦੇ ਹੋ, ਤੁਸੀਂ ਤੁਹਾਡਾ ਕੰਮ ਦੂਰ ਆ, ਤੁਸੀਂ ਰੋਜ਼ 100 ਕਿਲੋਮੀਟਰ ਚਲਾਉਂਦੇ ਹੋ, ਤੁਸੀਂ ਟੈਕਸੀ ਬਿਜ਼ਨਸ ਵਿੱਚ ਹੋ, ਸੋ ਉਹ ਚੀਜ਼ਾਂ ਅਲੱਗ ਨੇ, ਉਹ 'ਤੇ ਪੁੱਗ ਜਾਂਦੀ ਹੈ। ਪਰ ਦੇਖੋ ਦੇਖੀ ਮਤਲਬ ਵਿਦ ਆਲ ਦਾ ਰਿਸਪੈਕਟ ਇੱਕ ਦੂਜੇ ਦੇ ਪਿੱਛੇ ਜਾ ਕੇ ਉਹਨੇ ਹਾਈਬ੍ਰਿਡ ਲੈ ਲਈ ਆ, ਉਹਨੇ ਇਲੈਕਟ੍ਰਿਕ ਵਹੀਕਲ ਲੈ ਲਈ ਆ, ਉਹ ਪਤਾ ਨਹੀਂ ਉਹ ਕਿੰਨਾ ਕੁ ਸੁਖੀ ਹੋ ਗਿਆ ਹੋਣਾ। ਉਹ ਐਂਡ 'ਤੇ ਜਾ ਕੇ ਮੈਂ ਤਾਂ ਕਈ ਵਾਰੀ ਲੱਗਦਾ ਜਿਹੜੀ ਐਵਰੇਜ 12-14 ਜਾਂ 18,000 ਕਿਲੋਮੀਟਰ ਘਰ ਗੱਡੀ ਚਲਾਉਣ ਵਾਲੀ ਆ, ਉਹਦੇ ਲਈ ਇਲੈਕਟ੍ਰਿਕ ਵਹੀਕਲ ਲੈਣ 'ਚ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਕਰਕੇ ਉਨੇ ਹੀ ਤੁਸੀਂ ਪੈਸੇ ਵੱਧ ਖਰਚ ਦਿੰਦੇ ਆ ਪਹਿਲਾਂ ਹੀ, ਫਿਰ ਉਹਦੇ ਉੱਤੇ ਵਿਆਜ ਵੀ ਦਿੰਦੇ ਹੋ, ਟੈਕਸ ਵੀ ਦਿੰਦੇ ਹੋ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਆ। ਸੋ ਬਹੁਤ ਹੀ ਸੈਂਸਿਟਿਵ ਜਿਹਾ ਇਸ਼ੂ ਆ, ਔਰ ਉਹਨੂੰ ਘਰ ਬਹਿ ਕੇ ਹੋਮਵਰਕ ਕਰਕੇ ਇਹ ਗੱਡੀ ਲੈਣੀ ਚਾਹੀਦੀ ਹੈ ਜੀ। WhatsApp ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੋਈ ਸੁਨੇਹਾ ਜੀ? ਬਸ ਜੀ, ਜੀਂਦੇ ਵਸਦੇ ਰਹੋ, ਇੱਦਾਂ ਹੀ ਮੁਹੱਬਤ ਦੀਆਂ ਜਿਹੜੀਆਂ ਦਿਨੋਂ ਦੀਵੇ ਜਗਾਈ ਚੱਲੋ, ਜ਼ਿੰਦਗੀ ਜਿੰਦਾਬਾਦ ਜੀ। ਥੈਂਕ ਯੂ ਜੀ। ਦੋਸਤੋ, ਸੁੱਖੀ ਬਾਠ ਮੋਟਰਸ 'ਤੇ ਅਸੀਂ ਆ ਕੇ ਸੁੱਖੀ ਬਾਠ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਗੱਡੀਆਂ ਦਾ ਟਰੈਂਡ ਚੇਂਜ ਹੋ ਰਿਹਾ, ਪਰ ਹਾਲਤ ਹਜੇ ਵੀ ਬਹੁਤੀ ਜ਼ਿਆਦਾ ਬਿਹਤਰ ਨਹੀਂ ਹੋਈ, ਲਗਭਗ ਉਸੇ ਤਰ੍ਹਾਂ ਦੇ ਹਾਲਾਤ ਨੇ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਅਵੇਲੇਬਿਲਿਟੀ ਬਿਨਾਂ ਸ਼ੱਕ ਵਧੇਗੀ। ਕੈਮਰਾਮੈਨ ਨਮੈਦ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਦੋਸਤੋ, ਅੱਜ ਇੱਕ ਮਹੱਤਵਪੂਰਨ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਆ। ਹੁਣ ਲੋਕਾਂ ਦਾ ਇੰਡੀਆ ਤੋਂ ਕੈਨੇਡਾ ਵਿਜ਼ਿਟਰ ਵੀਜ਼ੇ ਦੇ ਉੱਤੇ ਆਉਣਾ ਕਾਫੀ ਜ਼ਿਆਦਾ ਖੁੱਲ੍ਹ ਗਿਆ। ਪੈਂਡੈਮਿਕ ਦੇ ਵਿੱਚ ਬੰਦ ਰਿਹਾ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਪਹਿਲੇ 10 ਸਾਲਾਂ ਦੇ ਵੀਜ਼ੇ ਲੱਗੇ ਸੀ ਜਾਂ ਹੁਣ ਲੱਗ ਰਿਹਾ, ਉਹ ਬਹੁਤ ਸਾਰੇ ਲੋਕ ਇੱਧਰ ਆ ਰਹੇ ਆ। ਇਹ ਸਾਰੇ ਕੁਛ ਦੇ ਵਿੱਚ ਇੱਕ ਮਹੱਤਵਪੂਰਨ ਚੀਜ਼ ਹੁੰਦੀ ਹੈ ਤੁਹਾਡਾ ਇੰਸ਼ੋਰੈਂਸ। ਤੁਹਾਨੂੰ ਇੱਥੇ ਆ ਕੇ ਰੱਬ ਨਾ ਕਰੇ ਕੋਈ ਬਿਮਾਰੀ ਠਮਾਰੀ ਲੱਗ ਜੇ ਜਾਂ ਕੁਛ ਹੋ ਜਾਵੇ, ਉਹਦੇ ਲਈ ਫਿਰ ਤੁਸੀਂ ਕੀ ਕਰਨਾ? ਇੱਕ ਇੰਸ਼ੋਰੈਂਸ ਉੱਥੋਂ ਖਰੀਦਿਆ ਜਾਂਦਾ, ਇੱਕ ਇੱਥੇ ਆ ਕੇ ਬਾਏ ਕੀਤਾ ਜਾਂਦਾ। ਫਰਕ ਕੀ ਆ? ਉੱਥੇ ਵਾਲਾ ਇੱਥੇ ਚੱਲ ਜਾਂਦਾ। ਦੂਜੀ ਗੱਲ, ਹੁਣ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਵਿੱਚ ਕੁਛ ਤਬਦੀਲੀਆਂ ਆਈਆਂ ਵੀ ਤੁਸੀਂ ਅੱਗੇ ਜਿਹੜਾ ਇੰਸ਼ੋਰੈਂਸ ਕੈਨੇਡਾ ਤੋਂ ਖਰੀਦਦੇ ਸੀ, ਉਹ ਹੁਣ ਕਿਤੇੋਂ ਵੀ ਖਰੀਦ ਸਕਦੇ, ਇੰਡੀਆ ਤੋਂ ਵੀ ਖਰੀਦ ਸਕਦੇ ਆ। ਇਹ ਨੁਕਤਾ ਥਿੰਨ ਸਾਹਿਬ ਨੂੰ MDRT ਅਵਾਰਡ ਮਿਲਿਆ, ਉਹਦੇ ਬਾਰੇ ਗੱਲਬਾਤ ਕਰਨੀ ਅੱਜ ਅਸੀਂ। ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਸਿੰਘ ਥਿੰਦ ਹੋਣਾ ਦੇ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਇੱਥੇ ਪਹੁੰਚੇ। ਥਿੰਦ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ MDRT ਅਵਾਰਡ ਦੇ ਲਈ। ਧੰਨਵਾਦ ਸੋਤਾ ਸਾਹਿਬ, ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਨੂੰ ਦੱਸਿਓ ਕਿ ਜਿਹੜਾ ਇੰਸ਼ੋਰੈਂਸ ਆ ਉੱਥੋਂ ਖਰੀਦਿਆ ਆ ਇੰਡੀਆ ਤੋਂ ਇੱਥੇ ਆਉਣ ਦੇ ਲਈ ਟਰੈਵਲ ਇੰਸ਼ੋਰੈਂਸ, ਤੇ ਇੱਥੇ ਆ ਕੇ ਖਰੀਦਿਆ, ਕਿਹੜਾ ਚੰਗਾ ਆ ਤੇ ਕੀ ਫਰਕ ਆ ਜੀ? ਦੇਖੋ ਜੀ, ਪਹਿਲੀ ਗੱਲ ਤਾਂ ਇੰਸ਼ੋਰੈਂਸ ਚਾਹੀਦੀ ਹੈ, ਡਜ਼ਨਟ ਮੈਟਰ ਤੁਸੀਂ ਕਿੱਥੋਂ ਲਈ ਹੈ, ਪਹਿਲਾ ਨੁਕਤਾ ਤਾਂ ਹੈ ਜੀ। ਉਦੋਂ ਬਾਅਦ ਹੈ ਜੀ, ਆਪਾਂ ਇੰਸ਼ੋਰੈਂਸ ਕਈ ਵਾਰੀ ਆਪਾਂ ਹਾਲਾਤ ਇੱਦਾਂ ਦੇ ਹੁੰਦੇ ਨੇ ਵੀ ਕਈ ਵਾਰੀ ਇੱਥੇ ਨਹੀਂ ਖਰਚੇ, ਆਪਾਂ ਕਹਿੰਦੇ ਵੀ ਉੱਥੋਂ ਲੈ ਆਓ, ਵੀ ਪੈਸਿਆਂ ਦੇ ਵੀ ਕਈ ਵਾਰੀ ਹੁੰਦਾ ਵੀ ਆਪਣਾ ਬਜਟ ਕਿੱਦਾਂ ਅਲਾਓ ਕਰਦਾ। ਜੇ ਕਈ ਵਾਰੀ ਉੱਦਾਂ ਹੀ ਕੋਈ ਘੁੰਮਣ ਆ ਰਿਹਾ ਉੱਥੋਂ ਇੱਥੇ, ਕਿ ਕੋਈ ਹੈ ਹੀ ਨਹੀਂ ਇੱਥੇ ਰਿਸ਼ਤੇਦਾਰ, ਤਾਂ ਘੁੰਮਣ ਹੀ ਆ ਰਹੇ ਨੇ, ਤਾਂ ਉਹਨਾਂ ਨੇ ਤਾਂ ਉੱਥੋਂ ਇੰਸ਼ੋਰੈਂਸ ਲੈਣੀ, ਇੱਥੋਂ ਤਾਂ ਲੈਣੀ ਹੋਣੀ ਉਹਨਾਂ ਨੇ। ਫਿਰ ਇਹ ਵੀ ਉਹਨਾਂ ਦਾ ਜਿਹੜਾ ਕਲੇਮ ਪ੍ਰੋਸੈਸ ਹੋਊਗਾ, ਜਿੱਥੇ ਕੋਈ ਸੱਟ ਪੇਟ ਲੱਗ ਜਾਂਦੀ ਹੈ, ਮੋਸਟਲੀ ਜਿਹੜਾ ਕਲੇਮ ਪ੍ਰੋਸੈਸ ਉਹਨਾਂ ਦਾ ਇੱਦਾਂ ਹੋਊਗਾ ਵੀ ਇੱਥੇ ਜਦੋਂ ਵਾਪਸ ਚਲੇ ਜਾਂਦੇ ਨੇ, ਵਾਪਸ ਜਾਣ ਤੋਂ ਬਾਅਦ ਜੇ ਇੱਥੇ ਕੋਈ ਕਲੇਮ ਆ ਗਿਆ, ਉਹੀ ਫਿਰ ਉੱਥੇ ਸਬਮਿਟ ਕਰਨਗੇ, ਅਤੇ ਫਿਰ ਉਹਨਾਂ ਨੂੰ ਪੈਸੇ ਜਿੰਨੇ ਵੀ ਇੱਥੇ ਖਰਚਾ ਆਇਆ ਉਹਨੂੰ ਵਾਪਸ ਆਊਗਾ ਜੀ। ਕਈ ਕੰਪਨੀਆਂ ਡਿਫਰੈਂਟ ਪ੍ਰੋਸੈਸ ਹੈ। ਜਿਹੜਾ ਮੈਂ ਆਪਦੇ ਨਿੱਜੀ ਤਰੀਕੇ ਨਾਲ ਜਿਹੜਾ ਮੈਂ ਦੇਖਿਆ ਚੀਜ਼ਾਂ, ਉਹ ਹੈ ਵੀ ਜਦੋਂ ਆਪਾਂ ਇੱਥੋਂ ਵਾਪਸ ਚਲੇ ਜਾਂਦੇ ਹਾਂ ਇੰਡੀਆ ਜਾਂ ਕਿਸੇ ਵੀ ਮੁਲਕ ਤੋਂ ਆਏ ਹਾਂ, ਜਦੋਂ ਵਾਪਸ ਚਲੇ ਗਏ, ਫਿਰ ਉਦੋਂ ਬਾਅਦ ਉਹ ਕਹਿੰਦੇ ਵੀ ਠੀਕ ਹੈ ਤੁਸੀਂ ਆ ਗਏ ਹੋ ਵਾਪਸ, ਜਿਹੜੇ ਕਲੇਮ ਤੁਹਾਡੇ ਉੱਥੇ ਹੋਈ ਸਾਨੂੰ ਸਬਮਿਟ ਕਰ ਦਿਓ, ਅਸੀਂ ਤੁਹਾਨੂੰ ਰੀਇੰਬਰਸ ਕਰਾਂਗੇ। ਫਿਰ ਉਹਨਾਂ ਦੀ ਮਰਜ਼ੀ ਹੈ, ਜਿੱਦਾਂ ਕਲੇਮ ਰੈਗੂਲਰ ਪ੍ਰੋਸੈਸ ਹੁੰਦਾ। ਹਾਂ, ਜਿੱਥੇ ਆਪਾਂ ਇੱਥੋਂ ਦੀ ਲੋਕਲ ਕੰਪਨੀ ਤੋਂ ਆਪਾਂ ਜੇ ਲੈਂਦੇ ਹਾਂ, ਆਪਾਂ ਨਾਰਥ ਅਮਰੀਕਾ ਦੀ ਕੰਪਨੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਦਾ ਪਰਫੋਰਮਾ ਬਣਿਆ ਹੁੰਦਾ। ਜੇ ਹੋਸਪਿਟਲ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਫਲਾਣੀ ਕੰਪਨੀ ਐਗਜ਼ਿਸਟ ਹੈ, ਉਹਨਾਂ ਦਾ
ਵੀ ਕਿੱਥੇ ਹੈਗਾ ਹੈਡ ਆਫਿਸ 24 ਆਵਰ ਸਰਵਿਸ ਹੈ। ਪਰ ਇਹ ਵੀ ਉਹਨਾਂ ਨੂੰ ਪਤਾ ਵੀ ਇਹ ਕੰਪਨੀ ਐਗਜ਼ਿਸਟ ਕਰਦੀ ਹੈ, ਵੀ ਕੀ ਇੱਥੇ ਵੀ ਆਪਾਂ ਨੂੰ ਆਪਦੀ ਜੇਬ 'ਚ ਪਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਸਿੱਧਾ ਹੀ ਕੰਪਨੀ ਨੂੰ ਕੰਟੈਕਟ ਕਰ ਲੈਂਦੇ ਆ। ਕੰਪਨੀ ਤੋਂ ਆਪਾਂ ਪਹਿਲਾਂ ਹੀ ਕਲੇਮ ਨੰਬਰ ਲੈ ਲੈਂਦੇ ਹਾਂ, ਫਿਰ ਥੋੜ੍ਹਾ ਕੰਮ ਸੌਖਾ ਹੋ ਜਾਂਦਾ। ਇਹ ਨਹੀਂ ਵੀ ਅਸੀਂ ਵਾਪਸ ਜਾਵਾਂਗੇ ਅਤੇ ਫਿਰ ਸਬਮਿਟ ਕਰਾਂਗੇ। ਇੱਥੋਂ ਹੀ ਚੀਜ਼ ਲਈ ਹੋਈ ਹੈ, ਇੱਥੇ ਹੀ ਸਾਰਾ ਕੁਛ ਹੋਣਾ। ਸਾਨੂੰ ਇਹ ਨਹੀਂ ਵੀ ਵੇਟ ਕਰਾਂਗੇ, ਵਾਪਸ ਜਾਵਾਂਗੇ ਅਤੇ ਜਿਹੜਾ ਕਲੇਮ ਪ੍ਰੋਸੈਸ ਹੋਊਗਾ ਜੀ। ਇਹਦਾ ਮਤਲਬ ਜੇ ਅਸੀਂ ਇੰਡੀਆ ਤੋਂ ਆਉਣ ਲੱਗੇ ਇੰਸ਼ੋਰੈਂਸ ਲਿਆ ਟਿਕਟ ਦੇ ਨਾਲ, ਅਤੇ ਇੱਥੇ ਕੋਈ ਹੌਸਪੀਟਲ ਪੈ ਗਿਆ ਤਾਂ ਇੱਥੇ ਕੋਲੋਂ ਡਾਲਰ ਦੇਣੇ ਪੈਣਗੇ ਅਤੇ ਵਾਪਸ ਉੱਥੇ ਜਾ ਕੇ ਪੈਸੇ ਵਾਪਸ ਆਉਣਗੇ ਜੀ? ਮੋਸਟਲੀ ਜਿਹੜੀ ਕਈ ਕੰਪਨੀਆਂ, ਹੁਣ ਅੱਜ ਇੱਕ ਵੱਡਾ ਕਲੇਮ ਆ ਜਾਂਦਾ, ਕਿਸੇ ਕੋਲ ਇੰਨੇ ਪੈਸੇ ਹੈ ਹੀ ਨਹੀਂ, 40-50 ਹਜ਼ਾਰ ਡਾਲਰ ਹੋਣਾ, ਵੀ 40-50 ਹਜ਼ਾਰ ਡਾਲਰ ਇੱਥੇ ਕਿੱਥੋਂ ਕੋਈ ਵਿਜ਼ਿਟ ਕਰਨ ਆਇਆ, ਵੀ ਕਿੱਦਾਂ ਦੇਊਗਾ? ਉਹ ਸਿਚੁਏਸ਼ਨ 'ਤੇ ਡਿਪੈਂਡ ਕਰਦਾ। ਜਿਹੜੇ ਮੋਸਟਲੀ ਜਿਹੜੇ ਛੋਟੇ ਪੈਡੀ ਕਲੇਮ ਆਪਾਂ ਕਹਿ ਦਿੰਦੇ ਹਾਂ 2, 4, 5, 6 ਹਜ਼ਾਰ ਵਾਲੇ, ਉਹ ਤੁਹਾਨੂੰ ਆਪ ਹੀ ਪੇ ਕਰਕੇ ਫਿਰ ਉੱਥੇ ਜਾ ਕੇ ਕਲੇਮ ਤੁਹਾਨੂੰ ਸਬਮਿਟ ਕਰਨਾ ਪੈਂਦਾ ਜੀ। ਅਤੇ ਇਹ ਇੱਕ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ ਕੁਛ ਖਬਰ ਆ ਰਹੀ ਹੈ ਵੀ ਇਹ ਹੁਣ ਇੰਡੀਆ ਤੋਂ ਲੈ ਕੇ ਇੱਥੇ ਆਇਆ ਜਾ ਸਕਦਾ? ਹਾਂਜੀ, ਜਿਹੜਾ ਸੁਪਰ ਵੀਜ਼ਾ ਹੈ ਜੀ, $1 ਲੱਖ ਦੀ ਕਵਰੇਜ ਸਾਨੂੰ ਚਾਹੀਦੀ ਹੁੰਦੀ ਹੈ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣ ਵਾਸਤੇ, ਸੁਪਰ ਵੀਜ਼ਾ ਵਾਸਤੇ। ਹੁਣ ਵੀ ਪਹਿਲਾਂ ਤਾਂ ਅਸੀਂ ਜਿਹੜਾ ਸੁਪਰ ਵੀਜ਼ਾ ਹੈ ਕੈਨੇਡੀਅਨ ਜਿਹੜੀਆਂ ਮਾਨਤਾ ਕੰਪਨੀਆਂ, ਕੈਨੇਡੀਅਨ ਕੰਪਨੀ ਤੋਂ ਹੀ ਲਿਆ ਜਾਵੇ, ਜਿਹੜੀਆਂ ਵੀ ਜੇ ਕੰਪਨੀਆਂ ਇੱਥੇ ਬਿਜ਼ਨਸ ਕਰਦੀਆਂ ਨੇ। ਹੁਣ ਵੀ $1 ਲੱਖ ਦੀ ਕਵਰੇਜ ਲੈ ਲਈ। ਹੁਣ ਹੈ ਵੀ ਇਹ ਆਪਸ਼ਨ ਖੋਲ੍ਹਤੀ 4 ਤੋਂ ਬਾਅਦ ਵੀ ਤੁਸੀਂ ਕਿਤੇ ਵੀ ਹੋ, ਵੀ ਇੰਡੀਆ, ਪਾਕਿਸਤਾਨ, ਫਿਜੀ, ਕਿਤੋਂ ਵੀ ਤੁਸੀਂ ਇੱਥੇ ਆ ਰਹੇ ਹੋ ਅਤੇ ਤੁਸੀਂ ਆਪਦੀ ਸੁਪਰ ਵੀਜ਼ਾ ਇੰਸ਼ੋਰੈਂਸ ਉੱਥੋਂ ਵੀ ਤੁਸੀਂ ਲੈ ਸਕਦੇ ਹੋ। ਹਾਂ, ਉਹਦੇ ਨਾਲ ਇਹ ਹੋ ਗਿਆ ਵੀ ਇੱਥੇ ਜਿਹੜੀਆਂ ਕੰਪਨੀਆਂ ਹੈਗੀਆਂ ਨੇ, ਉਹਨਾਂ ਨੇ ਪਹਿਲਾਂ ਹੀ ਚੀਜ਼ਾਂ ਪਤਾ ਵੀ ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਆਉਣੀਆਂ ਨੇ। ਉਹਨਾਂ ਇੱਕ ਜਿਹੜਾ ਮੰਥਲੀ ਆਪਸ਼ਨ ਸ਼ੁਰੂ ਕਰਤੀ ਸੀ, ਉਹਦੇ ਨਾਲ ਇਹ ਵੀ ਜਿਹੜੀਆਂ ਪੇਮੈਂਟਾਂ ਮੰਥਲੀ ਤੁਸੀਂ ਦੇ ਸਕਦੇ ਹੋ ਸੁਪਰ ਵੀਜ਼ਾ ਤਾਂ ਹੋ ਗਿਆ। ਪਹਿਲਾਂ ਸੀਗਾ ਇਕੱਠੀਆਂ ਕਿਸ਼ਤਾਂ ਦੇਣੀਆਂ ਪੈਂਦੀਆਂ ਸੀਗੀਆਂ। ਹੁਣ ਲਾਸਟ 2 ਸਾਲਾਂ ਤੋਂ ਉਹਨਾਂ ਨੇ ਕਰਤਾ ਵੀ ਤੁਸੀਂ ਆਪਦੀਆਂ ਸੁਪਰ ਵੀਜ਼ਾ ਜਿਹੜੀਆਂ ਕਿਸ਼ਤਾਂ ਨੇ ਉਹ ਤੁਸੀਂ ਮੰਥਲੀ ਪੇਮੈਂਟ 'ਚ ਵੀ ਦੇ ਸਕਦੇ ਹੋ। ਥੋੜ੍ਹਾ ਸੁਖਾਲਾ ਹੋ ਗਿਆ ਜਦੋਂ ਆਪਾਂ ਪੇਰੈਂਟਸ ਆਪਣੇ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ। ਉਹਦੇ ਨਾਲ ਆਪਾਂ ਦੇਖੀਏ ਜਿਵੇਂ 2-2 ਹਜ਼ਾਰ ਦੇਣਾ, ਕਿਸੇ ਦਾ 4 ਹਜ਼ਾਰ ਹੋ ਗਿਆ, 4 ਹਜ਼ਾਰ ਇੱਕੋ ਦਮ ਦੇਣਾ। ਉਹ ਨਹੀਂ ਤਾਂ ਤੁਸੀਂ ਇਹ ਵੀ $400 ਕਿਸ਼ਤ ਬੰਨ੍ਹ ਲਈ। ਹੁਣ ਦੋਵਾਂ ਜਣਿਆਂ ਦੀ $200 ਕਿਸ਼ਤ ਆਉਂਦੀ ਹੈ, ਜੇ ਡਿਪੈਂਡ ਕਰਦਾ ਏਜ ਕਿੰਨੀ ਹੈਗੀ। ਕਈ ਵਾਰੀ $100 ਦੀ ਕਿਸ਼ਤ ਹੁੰਦੀ ਹੈ, ਪਰ $200 ਕਿਸ਼ਤ ਹੋ ਗਈ। ਉਹ ਹੈ ਵੀ ਤੁਹਾਨੂੰ ਸੌਖਾ ਹੋ ਗਿਆ। ਪਰ ਹਾਂ, ਆਉਣ ਵਾਲੇ ਸਮੇਂ 'ਚ ਸ਼ਾਇਦ ਕੰਪੀਟੀਸ਼ਨ ਵੱਧ ਵੀ ਸਕਦਾ, ਜਾਂ ਇਹ ਵੀ ਇਹ ਦੇਖਣਾ ਪਊ ਕਿੱਦਾਂ ਹੋਰ ਚੇਂਜਿਸ ਕੀ ਆਉਂਦੀਆਂ। ਮੇਨ ਤਾਂ ਮੋਸਟਲੀ ਹੁੰਦਾ ਜਿਹੜਾ ਕਲੇਮ ਪ੍ਰੋਸੈਸ ਹੈ ਉਹ ਸੌਖਾ ਚਾਹੀਦਾ। ਜਦੋਂ ਕੱਲ੍ਹ ਨੂੰ ਸਾਨੂੰ ਲੋੜ ਪੈਂਦੀ ਹੈ, ਉਦੋਂ ਸਾਡੀ ਚੀਜ਼ ਜਿਹੜੀ ਲਈ ਹੋਈ ਆ ਕੰਮ ਦੇਵੇ। ਹੁਣ $50-60 $100 ਦਾ ਫਰਕ ਨਹੀਂ ਪੈਂਦਾ ਜਦੋਂ ਅਸੀਂ ਆਪਾਂ ਪਾਲਿਸੀ ਲੈ ਰਹੇ ਹਾਂ। ਪਰ ਜਦੋਂ ਉਹ ਤੋਂ ਬਾਅਦ ਬਹੁਤ ਔਖਿਆਈ ਹੁੰਦੀ, ਜਦੋਂ ਆਪਣਾ ਕਲੇਮ ਪ੍ਰੋਸੈਸ ਹੁੰਦਾ, ਕਈਆਂ ਵਾਰੀਆਂ 'ਚ ਵੀ ਇੱਕ ਵਾਰੀ ਤੁਸੀਂ ਜਾ ਸਕਦੇ ਹੋ, ਉਸ ਤੋਂ ਬਾਅਦ ਫੋਲੋਅਪ ਕਲੇਮ ਨਹੀਂ ਹੁੰਦਾ, ਬਿਲਕੁਲ ਹੀ ਕੰਪਨੀਆਂ ਕਵਰ ਨਹੀਂ ਕਰਦੀਆਂ। ਕਈ ਵਾਰੀ ਕਹਿਣਗੇ 3000 ਤੱਕ ਹੀ ਕਵਰ ਕਰਾਂਗੇ। ਕਈ ਵਾਰੀ ਅਨਲਿਮਿਟਿਡ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਦਵਾਈਆਂ 'ਤੇ ਵੀ ਕੈਪ ਹੁੰਦਾ, ਕਈ ਵਾਰੀ ਦਵਾਈਆਂ ਵੀ ਅਨਲਿਮਿਟਿਡ ਨੇ। ਆਹ ਚੀਜ਼ਾਂ ਫਿਰ ਇਹ ਵੀ ਤੁਸੀਂ ਵੀ ਜ਼ਰੂਰ ਥਿੰਕ ਇੰਡੀਆ ਟੀਮ ਨੂੰ ਕੰਟੈਕਟ ਕਰਕੇ ਦੇਖੋ ਤੁਹਾਡੇ ਵਾਸਤੇ ਢੁਕਵੀਂ ਚੀਜ਼ ਕਿਹੜੀ ਹੈਗੀ ਆ, ਉਸ ਹਿਸਾਬ ਨਾਲ ਚੀਜ਼ ਤੁਸੀਂ ਲਓ ਜੀ। ਅੱਛਾ, ਇਹ ਜਨਰਲ ਨਹੀਂ ਹੁੰਦੀ ਗੱਲਬਾਤ ਵੀ ਬੰਦੇ ਨੇ ਉਹਦਾ ਵੀਜ਼ਾ ਉਹਦੇ ਕੋਲ ਹੈਗਾ, ਉਹਨੇ ਕੈਨੇਡਾ ਵਿਜ਼ਿਟ ਕਰਨ ਆਉਣਾ ਕਿਸੇ ਨੇ ਆਪਣੇ ਨਿਆਣਿਆਂ ਕੋਲ, ਅਤੇ ਉਹਨੇ ਸਿੱਧਾ ਸਿੰਪਲ ਉੱਥੋਂ ਜਾ ਕੇ ਕਿਹਾ ਵੀ ਮੈਨੂੰ ਤੁਸੀਂ ਟਰੈਵਲ ਇੰਸ਼ੋਰੈਂਸ ਦੇ ਦਿਓ। ਇਹਦੇ ਵਿੱਚ ਵੀ ਅੱਗੇ ਕੋਈ ਘੁੰਡੀ ਹੁੰਦੀ ਵੀ ਕਿਹੜਾ ਟਰੈਵਲ ਇੰਸ਼ੋਰੈਂਸ ਆ? ਹਾਂਜੀ, ਬਿਲਕੁਲ। ਜਦੋਂ ਟਰੈਵਲ ਇੰਸ਼ੋਰੈਂਸ ਆਪਾਂ ਲੈਣਾ 2 ਤਰੀਕੇ ਦਾ, ਇੱਕ ਤਾਂ ਹੈ ਜੀ ਤੁਹਾਡੀ ਸਿਹਤ ਦੇ ਹਿਸਾਬ ਨਾਲ, ਇੱਕ ਹੈ ਜੇ ਸਿਹਤ ਵਧੀਆ ਤਾਂ ਚੀਜ਼ ਸਸਤੀ ਮਿਲਦੀ ਹੈ। ਹੁਣ ਜਿੱਦਾਂ ਕਹਿੰਦਾ ਵੀ ਸਿੱਧਾ ਸਾਨੂੰ ਟਰੈਵਲ ਇੰਸ਼ੋਰੈਂਸ ਦੇ ਦਿਓ। ਹੁਣ ਇਹ ਟਰੈਵਲ ਇੰਸ਼ੋਰੈਂਸ ਸਿੱਧੀ ਗੱਲ ਕਰਦੇ ਹਾਂ, ਟਰੈਵਲ ਇੰਸ਼ੋਰੈਂਸ ਉਹ ਕੰਮ ਸਿੱਧਾ ਨੇ। ਕਈ ਵਾਰੀ ਜਿਹੜੀਆਂ ਉੱਥੋਂ ਦੀਆਂ ਕੰਪਨੀ ਨੇ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂਜ਼ ਨੇ ਉਹਨਾਂ ਨੂੰ ਘੱਟ ਕਵਰ ਕਰਦੇ ਨੇ। ਜਿਹੜਾ ਦੂਜਾ ਜਿਹੜੀ ਕਵਰੇਜ ਐਗਜ਼ਾਮਪਲ ਲੱਖ ਦੀ ਕਵਰੇਜ ਆ, ਉਹ ਕਹਿਣਗੇ ਪ੍ਰੀ ਐਗਜ਼ਿਸਟਿੰਗ ਅਸੀਂ ਜਿਹੜੀ ਕੋਈ ਪਹਿਲਾਂ ਦੀ ਕੋਈ ਤਕਲੀਫ ਹੈਗੀ ਆ, ਹਾਰਟ ਦੀ ਤਕਲੀਫ ਹੈਗੀ ਆ, ਉਹ ਅਸੀਂ ਸਿਰਫ 25000 ਦੀ ਕਰਾਂਗੇ ਕਵਰੇਜ, ਭਾਵੇਂ ਤੁਸੀਂ ਲੱਖ ਦੀ ਲੈ ਰਹੇ ਹੋ। ਪਰ ਜਿਹੜੀਆਂ ਇੱਥੇ ਹੈ ਇਹ ਲੱਖ ਦੀ ਕਵਰੇਜ, ਤਾਂ ਲੱਖ ਦੀ ਕਵਰੇਜ ਡਜ਼ਨਟ ਮੈਟਰ ਕਿਸ ਚੀਜ਼ ਵਾਸਤੇ ਹੈਗੀ ਆ। ਹਾਂ, ਜਿਹੜੀ ਤੁਸੀਂ ਗੱਲ ਕੀਤੀ ਸਿੱਧੇ ਸਿੰਪਲ ਟਰੈਵਲ ਇੰਸ਼ੋਰੈਂਸ ਆ, ਉੱਥੇ ਦੱਸਣਾ ਪੈਂਦਾ ਵੀ ਕਿਸੇ ਦੀ ਹੈਲਥ ਇਸ਼ੂ ਹੈਗਾ, ਉਹਨੂੰ ਆਪਾਂ ਪ੍ਰੀ ਐਗਜ਼ਿਸਟਿੰਗ ਕਹਿੰਦੇ, ਉਹ ਵੀ ਚੀਜ਼ਾਂ ਅਸੀਂ ਕਵਰ ਕਰਨੀਆਂ ਨੇ। ਹੁਣ ਵੀ ਕਿਸੇ ਨੂੰ ਹਾਰਟ ਅਟੈਕ ਹੈਗਾ, ਡਾਇਬਟੀ ਹੋਈ ਹੈ, ਜਾਂ ਬਲੱਡ ਪ੍ਰੈਸ਼ਰ ਅਪਸਾਈਡ, ਕੁਛ ਵੀ ਚੀਜ਼ਾਂ ਹੈਗੀਆਂ, ਐਜ਼ ਲੌਂਗ ਐਜ਼ ਸਟੇਬਲ ਹੈ, ਅਸੀਂ ਉਹਨੂੰ ਕਵਰ ਕਰ ਸਕਦੇ ਹਾਂ। ਹੁਣ ਉਹ ਚੀਜ਼ ਸਾਨੂੰ ਮਹਿੰਗੀ ਮਿਲੂਗੀ। ਹੁਣ ਇੱਕ ਬਿਲਕੁਲ ਸਿਹਤ ਵਧੀਆ, ਕੋਈ ਦਵਾਈ ਨਹੀਂ ਲੈਂਦੇ, ਕੋਈ ਕੁਛ ਨਹੀਂ ਲੈਂਦੇ, ਕੋਈ ਸਾਰਾ ਕੁਛ ਵਧੀਆ, ਉਹ ਚੀਜ਼ ਸਾਨੂੰ ਸਸਤੀ ਮਿਲੂਗੀ। ਹੁਣ ਇਹ ਨਹੀਂ ਵੀ ਉਹਨਾਂ ਵਾਸਤੇ ਵੀ ਚੀਜ਼ ਮਹਿੰਗੀ ਲੈਣੀ ਆ, ਮਹਿੰਗੀ ਉਹਨਾਂ ਵਾਸਤੇ ਕਿਉਂਕਿ ਹੈਲਥ ਇਸ਼ੂ ਹੈਗੇ ਨੇ, ਇਸ ਕਰਕੇ ਚੀਜ਼ ਮਹਿੰਗੀ ਹੈ। ਦੂਜੇ ਪਾਸੇ ਭਾਵੇਂ ਏਜ ਵੱਧ ਵੀ ਇਹ ਚੀਜ਼ ਸਾਨੂੰ ਸਸਤੀ ਮਿਲੂਗੀ ਕਿਉਂਕਿ ਸਿਹਤ ਸਾਡੀ ਵਧੀਆ ਹੈਗੀ, ਸਾਨੂੰ ਮਹਿੰਗੀ ਵਾਲੀ ਚੀਜ਼ ਲੈਣ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਤੁਸੀਂ ਆਪਸ਼ਨ ਐਡ ਕਰ ਸਕਦੇ ਹੋ ਟਰਿਪ ਕੈਂਸਲੇਸ਼ਨ ਦੀ, ਟਰਿਪ ਇੰਟਰਪਸ਼ਨ ਦੀ, ਜੇ ਕੋਈ ਤੁਹਾਡੀ ਫਲਾਈਟ ਮਿਸ ਹੋ ਜਾਂਦੀ ਹੈ, ਬੈਗੇਜ ਲਾਸ ਦੀ, ਉਹ ਚੀਜ਼ਾਂ ਤੁਸੀਂ ਆਪਦੀਆਂ ਪੈਕੇਜ ਵੀ ਕਰ ਸਕਦੇ ਹੋ। ਜਾਂ ਤੁਹਾਨੂੰ ਪਤਾ ਵੀ ਸਿੱਧਾ ਸਿਰਫ ਮੈਡੀਕਲ ਦੀ ਕਵਰੇਜ ਲੈਣੀ ਕਿ ਇਹ ਚੀਜ਼ਾਂ ਨਾਲ ਤੁਸੀਂ ਐਡ ਕਰਨੀਆਂ।
ਜਿਹੜੇ ਲੋਕ ਇੱਥੋਂ ਇੰਸ਼ੋਰੈਂਸ ਲੈਂਦੇ ਆ ਉਹ ਇੱਕ ਦੋ ਦਿੱਕਤਾਂ ਆਉਂਦੀਆਂ ਕਿ ਕੁਝ ਕੇਸਿਸ ਦੇ ਵਿੱਚ ਬੰਦੇ ਨੇ ਕਿਹਾ ਸੀ ਵੀ ਮੈਂ ਜਾ ਕੇ ਉੱਥੇ ਇੰਸ਼ੋਰੈਂਸ ਲੈ ਲੂੰਗਾ, ਪਰ ਜਦੋਂ ਫਲਾਈਟ ਦੇ ਵਿੱਚ ਹੀ ਕੁਝ ਦਿੱਕਤ ਆ ਗਈ ਤੇ ਸਿੱਧੇ ਜਹਾਜ਼ ਤੋਂ ਉਤਰ ਕੇ ਹਸਪੀਟਲ ਜਾਣਾ ਪੈ ਗਿਆ। ਇੰਸ਼ੋਰੈਂਸ ਉਸ ਵੇਲੇ ਹੈ ਨਹੀਂ ਸੀ ਅਜੇ, ਉਹਨਾਂ ਨੇ ਲੈਣਾ ਸੀ। ਕੀ ਇੱਥੇ ਦਾ ਇੰਸ਼ੋਰੈਂਸ ਉੱਥੇ ਬੈਠੇ ਉਸ ਡੇਟ ਤੋਂ ਲਿਆ ਜਾ ਸਕਦਾ ਹੁੰਦਾ? ਕਿਸੇ ਨੇ ਕੈਨੇਡਾ ਤੋਂ ਇੰਡੀਆ ਜਾਣਾ ਜੀ? ਜੇ ਕੋਈ ਇੰਡੀਆ ਤੋਂ ਕੈਨੇਡਾ ਆ ਰਿਹਾ ਪਰ ਇੰਸ਼ੋਰੈਂਸ ਉਹ ਕੈਨੇਡਾ ਤੋਂ ਬਾਏ ਕਰਨਾ ਚਾਹੁੰਦਾ? ਬਿਲਕੁਲ ਜੀ, ਜਿਹੜੀਆਂ ਕੈਨੇਡੀਅਨ ਕੰਪਨੀ, ਜਿਹੜੀ ਕਈ ਕੰਪਨੀਜ਼ ਹੈਗੀਆਂ ਨੇ, ਜਦੋਂ ਹੀ ਤੁਸੀਂ ਉੱਥੋਂ ਜਹਾਜ਼ ਚੜ੍ਹ ਗਏ ਜੀ, ਆਪਦੀ ਹੋਮ ਕੰਟਰੀ 'ਚ ਤੁਸੀਂ ਟਰੈਵਲ ਕਰਨ ਕੈਨੇਡਾ ਆ ਰਹੇ ਹੋ, ਤੁਹਾਡੀ ਕਵਰੇਜ ਉੱਥੋਂ ਹੀ ਸ਼ੁਰੂ ਹੋ ਗਈ ਜੀ। ਭਾਵੇਂ ਹੁਣ ਐਗਜ਼ਾਮਪਲ ਜੇ ਤੁਸੀਂ ਕਈ ਵਾਰੀ ਸਾਡਾ ਲੇਓਵਰ ਹੁੰਦਾ, ਲੇਓਵਰ ਹੈ ਵੀ ਤੁਸੀਂ ਵਿੱਚ ਹੀ ਏਅਰਪੋਰਟ 'ਤੇ ਰਹਿਣਾ, ਤੁਹਾਡੀ ਉੱਥੇ ਵੀ ਕਵਰੇਜ ਹੈਗੀ ਹੈ। ਉਦੋਂ ਬਾਅਦ ਜਦੋਂ ਤੁਸੀਂ ਇੱਥੇ ਆਓਗੇ ਉੱਤਰ ਦੀ ਤੁਹਾਡੀ ਕਵਰੇਜ ਬਿਲਕੁਲ ਚੱਲ ਰਹੀ ਉੱਥੋਂ ਤੁਸੀਂ ਜਦੋਂ ਆਪਦੀ ਹੋਮ ਕੰਟਰੀ 'ਚ ਤੁਸੀਂ ਛੱਡਤਾ ਆਪਦਾ ਹੋਮ ਕੰਟਰੀ, ਬਿਲਕੁਲ ਇਹ ਤੁਹਾਡੀ ਕਵਰੇਜ। ਹਾਂ, ਉਦੋਂ ਕਵਰੇਜ ਮੁੱਕ ਜਾਂਦੀ ਹੈ, ਤੁਸੀਂ ਲੇਓਵਰ ਕੀਤਾ, ਲੇਓਵਰ 'ਚ ਤੁਸੀਂ ਏਅਰਪੋਰਟ ਤੋਂ ਬਾਹਰ ਚਲੇ ਗਏ, ਉਦੋਂ ਤੁਹਾਡੀ ਕਵਰੇਜ ਉਹ ਮੁੱਕ ਜਾਂਦੀ। ਉਹ ਤੁਸੀਂ ਫਿਰ ਆਪਦੇ ਹੋਮ ਕੰਟਰੀ ਤੋਂ ਕਵਰੇਜ ਲੈ ਕੇ ਆਓਗੇ, ਤੁਸੀਂ ਉੱਥੋਂ ਕਵਰੇਜ ਕਰਾਓਗੇ ਮੈਂ ਘੁੰਮਣ ਜਾ ਰਿਹਾ ਉਸ ਕੰਟਰੀ ਤੁਹਾਡਾ ਸਟੇ ਹੋ ਗਿਆ 1-2 ਦਿਨਾਂ ਦਾ ਜੀ, ਉਦੋਂ ਫਿਰ ਉਹ ਚੀਜ਼ ਕਵਰ ਨਹੀਂ ਕਰੂਗੀ ਜੀ। ਇੱਕ ਹੋਰ ਦੱਸਿਓ, ਜਿੱਦਾਂ ਆਪਾਂ ਇੱਥੇ ਕੋਈ ਪੇ ਨਹੀਂ ਕਰਦੇ ਜਦੋਂ ਵੀ ਡਾਕਟਰ ਦੇ ਕੋਲ ਜਾਂਦੇ ਆ, MSP ਦੇ ਜ਼ਰੀਏ ਹੋਈ ਜਾਂਦਾ, ਕੋਈ ਇੱਦਾਂ ਦਾ ਇੰਸ਼ੋਰੈਂਸ ਵੀ ਹੁੰਦਾ ਇੰਡੀਆ ਤੋਂ ਜਿਹੜਾ ਚਾਹੇ ਸੁਪਰ ਵੀਜ਼ੇ ਦੇ ਲਈ ਜਾਂ ਟਰੈਵਲ ਕਰਨ ਵਾਲੇ ਵਿਅਕਤੀ ਦੇ ਲਈ ਹੋਵੇ, ਵੀ ਉਹ ਪੇ ਨਾ ਕੁਛ ਉਹਨੂੰ ਕਰਨਾ ਪਵੇ, ਇੰਸ਼ੋਰੈਂਸ ਹੋਵੇ, ਉਹ ਜਾਵੇ ਤੇ ਦਵਾਈ ਡਾਕਟਰ ਤੋਂ ਜਾਂ ਹਸਪੀਟਲ ਤੋਂ ਲੈ ਕੇ ਆ ਜਾਵੇ? ਬਹੁਤ ਵਧੀਆ ਤੁਹਾਡਾ ਕੁਐਸਚਨ ਹੈ। ਕੰਪਨੀਆਂ ਇਸ ਚੀਜ਼ 'ਤੇ ਕੰਮ ਕਰ ਰਹੀਆਂ, ਪਰ ਕਈ ਕੰਪਨੀਆਂ ਹੈਗੀਆਂ ਨੇ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੀਆਂ, ਅਤੇ ਵਾਕਿਆ ਹੀ ਇੱਥੇ ਉਹਨੂੰ ਕੈਸ਼ਲੈਸ ਆਪਾਂ ਕਹਿ ਦਿੰਦੇ ਹਾਂ। ਕੈਸ਼ਲੈਸ ਪਾਲਿਸੀਆਂ ਵੀ ਜਿੱਦਾਂ, ਹਾਂ ਤੁਸੀਂ ਉਹਨਾਂ ਨੂੰ ਫਿਰ ਕੋਂਟੈਕਟ ਕਰਨਾ ਪੈਂਦਾ ਤੁਹਾਨੂੰ। ਜਦੋਂ ਉਹਨਾਂ ਨੂੰ ਕੋਂਟੈਕਟ ਕਰੋਗੇ ਫਿਰ ਉਹ ਦੱਸਣਗੇ ਤੁਸੀਂ ਕਿਹੜੇ ਡਾਕਟਰ ਕੋਲ ਜਾਣਾ ਆ, ਕਿਹੜੇ ਹਸਪੀਟਲ ਜਾਣਾ, ਫਿਰ ਕਿਉਂਕਿ ਉਹਨਾਂ ਦਾ ਵਾਰਤਾਲਾਪ, ਉਹਨਾਂ ਦਾ ਅਕਾਊਂਟ ਸੈਟਅਪ ਹੋਇਆ, ਫਿਰ ਉਹ ਹੈ ਵੀ ਤੁਹਾਨੂੰ ਚਿੰਤਾ ਦੀ ਲੋੜ ਨਹੀਂ, ਉੱਥੇ ਜਾਓਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਬਿਲਿੰਗ ਦਾ ਕੋਈ ਰੌਲਾ ਨਹੀਂ, ਕਿ ਉੱਥੇ ਗਏ ਅਤੇ ਉੱਥੇ ਉਹਨਾਂ ਨੇ ਕਹਿ ਤਾ ਵੀ ਸਾਨੂੰ ਆਥੋਰਾਈਜੇਸ਼ਨ ਆਈ ਹੋਈ ਹੈ ਤੁਹਾਡੀ ਚੈੱਕਅਪ ਵਾਸਤੇ, ਜੋ ਚੀਜ਼ਾਂ ਚਾਹੀਦੀਆਂ ਉਹਨਾਂ ਨੇ ਆਥੋਰਾਈਜੇਸ਼ਨ ਕਰਤੀਆਂ ਵੀ ਸਾਰਾ ਕੁਝ ਠੀਕ ਹੈ। ਕਲੇਮ ਉਸ ਹਿਸਾਬ ਨਾਲ ਪ੍ਰੋਸੈਸ ਕਰ ਲੈਂਦੇ ਕਿੰਨੇ ਕੁ ਅਮਾਊਂਟ ਦਾ ਕਲੇਮ ਹੈਗਾ। ਬਿਲਕੁਲ ਇੱਦਾਂ ਦੀ ਆਪਸ਼ਨ ਹੈਗੀ ਹੈ, ਪਰ ਹਾਂ ਕਈ ਵਾਰੀ ਇੱਦਾਂ ਹੁੰਦਾ ਵੀ ਜੇ ਆਪਾਂ ਕਿਤੇ ਜਾਂਦੇ ਹਾਂ, ਉਹਨਾਂ ਨੂੰ ਜਾਂ ਆਪਾਂ ਉਹਨਾਂ ਨੂੰ ਫੋਨ ਹੀ ਨਹੀਂ ਕੀਤਾ, ਪਹਿਲਾਂ ਸਿੱਧੇ ਚਲੇ ਜਾਂਦੇ ਆਪਾਂ ਕਲੇਮ ਡਾਕਟਰ ਦੇ ਚਲੇ ਗਏ, ਹਸਪੀਟਲ ਦੇ ਚਲੇ ਗਏ, ਕਿਉਂ ਫਿਰ ਸਾਨੂੰ ਆਪਦੀ ਜੇਬ 'ਚੋਂ ਪੈਸੇ ਦੇ ਕੇ ਫਿਰ ਉਦੋਂ ਬਾਅਦ ਸਾਨੂੰ ਕਲੇਮ ਪ੍ਰੋਸੈਸ ਹੋਊਗਾ ਜੀ। ਇਹ ਟਰੈਵਲ ਇੰਸ਼ੋਰੈਂਸ ਤੋਂ ਬਿਨਾਂ ਇੱਕ ਗੱਲ ਹੋਰ ਦੱਸਿਓ, ਇੱਥੇ ਕਈ ਵਾਰੀ ਬੰਦੇ ਦੇ ਸੱਟ ਲੱਗ ਜਾਂਦੀ, ਸੱਟ ਗੁੱਝੀ ਹੁੰਦੀ ਆ, ਉਹ ਦਿਸਦੀ ਕੁਛ ਨਹੀਂ ਪਰ ਬੰਦਾ ਦਰਦ ਵਿੱਚ ਆ, ਇੰਸ਼ੋਰੈਂਸ ਉਹਦੇ ਲਈ ਕੀ ਕਰਦਾ ਜੀ ਫਿਰ? ਹਾਂਜੀ, ਇਹੋ ਜਿਹੀਆਂ ਸੱਟਾਂ ਜਦੋਂ ਆਪਾਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਡਿਸੇਬਿਲਿਟੀ ਲੋਕ ਕਰਾਉਂਦੇ ਨੇ ਜੇ ਡਿਸੇਬਲ ਹੋ ਜਾਣ, ਕੰਮ 'ਤੇ ਨਹੀਂ ਜਾ ਸਕਦੇ। ਹੁਣ ਮੋਸਟਲੀ ਆਪਣਾ ਭਾਈਚਾਰਾ ਟਰੱਕਿੰਗ, ਚਾਹੇ ਊਬਰ 'ਚ ਆ, ਅਤੇ ਹੋਰ ਵੀ ਕਿਸੇ ਆਪਾਂ ਦੇਖਦੇ ਹਾਂ ਜਿਹੜੇ ਆਪਾਂ ਹੱਥੀਂ ਕੰਮ ਕਰਦੇ ਹਾਂ, ਸਾਰੀ ਦਿਹਾੜੀ ਆਪਾਂ ਰਿਸਕ 'ਤੇ ਰਹਿੰਦੇ ਹਾਂ। ਸੌਫਟ ਟਿਸ਼ੂ ਇੰਜਰੀ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਹਾਂ, ਜਿਹਨਾਂ ਨੂੰ ਗੁੱਝੀ ਸੱਟ ਕਹਿ ਦਿੰਦੇ ਹਾਂ ਆਪਾਂ, ਕਈ ਵਾਰੀ ਜਿਹੜੀਆਂ ਚੀਜ਼ਾਂ ਸੱਟਾਂ ਗੁੱਝੀਆਂ ਨੇ, ਜਾਂ ਆਪਾਂ ਨੈਕ 'ਤੇ ਬਲ ਪੈ ਗਿਆ ਜਾਂ ਪੈਰ 'ਤੇ ਮੋਚ ਆ ਗਈ, ਸਾਨੂੰ ਦਿਖਦਾ ਨਹੀਂ, ਬਾਹਰੋਂ ਤਾਂ ਲੱਗਦਾ ਠੀਕ ਹੈ, ਪਰ ਅੰਦਰ ਸਾਡੇ ਸੱਟ ਲੱਗੀ ਬਹੁਤ ਸੌਫਟ ਸੱਟ, ਜਿਹੜੀ ਸੱਟ ਦਿਖਦੀ ਨਹੀਂ ਉਹਨੂੰ ਆਪਾਂ ਸੌਫਟ ਟਿਸ਼ੂ ਇੰਜਰੀ ਕਹਿ ਦਿੰਦੇ ਹਾਂ। ਸੱਟ ਜਿਹੜੀ ਦਿਖਦੀ ਨਹੀਂ, ਜਿਹੜੀ ਸੱਟ ਦਿਖਦੀ ਉਹਨੂੰ ਆਪਾਂ ਹਾਰਡ ਟਿਸ਼ੂ ਇੰਜਰੀ ਕਹਿ ਦਿੰਦੇ ਹਾਂ। ਮੋਸਟਲੀ ਜਦੋਂ ਆਪਾਂ ਡਿਸੇਬਿਲਿਟੀ ਪਾਲਿਸੀਆਂ ਲੈਂਦੇ ਹਾਂ, ਉਹਨਾਂ ਦੇ ਵਿੱਚ ਉਹਨਾਂ ਨੂੰ ਐਂ ਹੁੰਦਾ ਵੀ ਜਿਹੜੀਆਂ ਸੌਫਟ ਟਿਸ਼ੂ ਇੰਜਰੀਆਂ, ਡਿਪੈਂਡ ਕਰਦਾ ਤੁਹਾਡਾ ਪ੍ਰੋਫੈਸ਼ਨ ਕਿੱਦਾਂ ਦਾ, ਭਾਵੇਂ ਤੁਸੀਂ ਪਾਲਿਸੀ ਕਿੱਦਾਂ ਦੀ ਵੀ ਲਈ ਹੋਈ ਹੈ, ਸਿਰਫ ਮਹੀਨਾ ਪੇ ਕਰਨਗੇ ਜਾਂ 2 ਮਹੀਨੇ ਪੇ ਕਰਨਗੇ, ਡਿਪੈਂਡ ਕਰਦਾ। ਜੇ ਐਗਜ਼ਾਮਪਲ ਹੁਣ ਕਿਸੇ ਨੇ $2000 ਹੈ, ਸੌਫਟ ਟਿਸ਼ੂ ਇੰਜਰੀ ਹੋ ਗਈ, ਫਿਰ ਉਹ ਮਹੀਨਾ ਜਾਂ 2 ਮਹੀਨੇ ਮਿਲਣਾ, ਡਿਪੈਂਡਿੰਗ ਤੁਹਾਡਾ ਪ੍ਰੋਫੈਸ਼ਨ ਕੀ ਹੈਗਾ। ਹਾਂ, ਜੇ ਕੋਈ ਆਫਿਸ ਦੀ, ਜੇ ਤੁਹਾਡੇ ਵਾਈਟ ਕਾਲਰ ਜੋਬ ਹੈਗੀ ਹੈ, ਤੁਸੀਂ ਆਫਿਸ 'ਚ ਰਿਸਕ ਤੁਹਾਡਾ ਘੱਟ ਹੈ, ਉਹਦੇ ਵਿੱਚ ਇੱਦਾਂ ਦੀਆਂ ਪਾਲਿਸੀ, ਭਾਵੇਂ ਸੌਫਟ ਟਿਸ਼ੂ ਜਿੰਨਾ ਚਿਰ ਤੁਸੀਂ ਆਫ ਰਹਿੰਦੇ ਕੰਮ ਤੋਂ ਤੁਹਾਨੂੰ ਪੈਸੇ ਮਿਲ ਹੀ ਜਾਣਗੇ। ਪਰ ਮੋਸਟਲੀ ਜਿਹੜੀਆਂ ਆਪਾਂ ਡਰਾਈਵਿੰਗ ਦੀ ਗੱਲ ਕਰਦੇ ਹਾਂ ਜਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਰਿਸਕ ਜਿੱਥੇ ਜ਼ਿਆਦਾ ਹੈਗਾ ਉੱਥੇ ਤੁਹਾਨੂੰ ਹੈ ਵੀ ਜਿਹੜੀ ਡਿਸੇਬਿਲਿਟੀ ਹੈ 1 ਜਾਂ 2 ਮਹੀਨੇ ਮਿਲੂਗੀ। ਉਸ ਤੋਂ ਬਾਅਦ ਅਨਟਨਲੈਸ ਡਾਕਟਰ ਦੇ ਨੋਟ 'ਤੇ ਬਹੁਤ ਡਿਪੈਂਡ ਕਰਦਾ, ਡਾਕਟਰ ਨੇ ਕਿੱਦਾਂ ਦਾ ਕਿਹੜਾ ਨੋਟ ਲਿਖਿਆ, ਡਾਕਟਰ ਨੇ ਕਿਹਾ ਵੀ ਨਹੀਂ ਇਹ ਸੌਫਟ ਟਿਸ਼ੂ ਨਹੀਂ ਹੈਗੀ, ਵੀ ਹਾਰਡ ਟਿਸ਼ੂ ਹੈਗੀ ਆ, ਉਦੋਂ ਫਿਰ ਇਹ ਵੀ ਤੁਹਾਡੀ ਜਿਹੜੀਆਂ ਪੇਮੈਂਟਸ ਨੇ ਲੰਬੇ ਟਾਈਮ ਤੱਕ ਡਿਸੇਬਿਲਿਟੀ ਤੁਹਾਡੀ ਚੱਲ ਸਕਦੀ ਹੈ। ਬਿਕੋਜ਼ ਡਾਕਟਰ ਦਾ ਨੋਟ ਹੀ ਸਾਰਿਆਂ ਨਾਲੋਂ ਵੱਡਾ, ਕਿਉਂਕਿ ਹੁਣ ਕੰਪਨੀ ਦਾ ਐਗਜ਼ਾਮਪਲ ਟੋਰਾਂਟੋ ਹੈ, ਅੰਡਰ ਰਾਈਟਰ ਟੋਰਾਂਟੋ ਬੈਠਾ, ਉਹਨੂੰ ਤਾਂ ਜੋ ਇਨਫੋਰਮੇਸ਼ਨ ਸਾਹਮਣੇ ਗਈ ਉਹਨੇ ਉਸ ਹਿਸਾਬ ਨਾਲ ਡਿਸੀਜਨ ਬਣਾਉਣਾ ਵੀ ਇਹਦਾ ਸੌਫਟ ਟਿਸ਼ੂ ਇੰਜਰੀ ਹੈ। ਫਿਰ ਡਾਕਟਰ ਦੇ ਨੋਟ 'ਤੇ ਬਹੁਤ ਡਿਪੈਂਡ ਕਰਦਾ ਵੀ ਜਿਹੜੀ ਇੰਜਰੀ ਹੈਗੀ ਸੌਫਟ ਟਿਸ਼ੂ ਹੈਗੀ ਕਿ ਨਹੀਂ ਹੈਗੀ, ਐਨਾਲਾਈਜ਼ ਕਰਕੇ। ਇਹ ਹੈ ਵੀ ਕਈ ਵਾਰੀ ਨਹੀਂ ਹੁੰਦਾ, ਉਸ ਤੋਂ ਬਾਅਦ ਤੁਸੀਂ ਰਿਵਿਊ ਵੀ ਕਰ ਸਕਦੇ ਹੋ ਜੀ। ਥਿੰਨ ਸਾਹਿਬ, ਆਖਰ ਦੇ ਵਿੱਚ ਜਿਹੜਾ ਅਵਾਰਡ ਆ MDRT, ਇਸ ਅਵਾਰਡ ਬਾਰੇ ਵੀ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਜੀ।
ਹਾਂਜੀ ਧੰਨਵਾਦ, ਕਮਿਊਨਿਟੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਸਾਨੂੰ MDRT $1 ਮਿਲੀਅਨ ਰਾਊਂਡ ਟੇਬਲ ਜਿਹੜੀ ਹੈਗੀ ਹੈ, ਇੱਕ ਸੰਸਥਾ ਹੈਗੀ ਹੈ ਸਾਰੀ ਦੁਨੀਆ ਦੇ ਵਿੱਚ। ਉਹ ਜਿੰਨੇ ਵੀ ਪ੍ਰੋਫੈਸ਼ਨਲ ਇੰਸ਼ੋਰੈਂਸ ਇੰਡਸਟਰੀ 'ਚ ਜਿਹੜੇ ਕੰਮ ਕਰਦੇ ਨੇ ਉਹਨਾਂ ਵਾਸਤੇ ਅਵਾਰਡ ਹੁੰਦਾ, ਸਾਰਿਆਂ ਨਾਲੋਂ ਵੱਡਾ ਅਵਾਰਡ ਹੁੰਦਾ ਟਾਪ ਆਫ ਦ ਟੇਬਲ। ਟਾਪ ਆਫ ਦ ਟੇਬਲ ਕਹਿੰਦੇ ਜਿਹੜੇ ਤੁਸੀਂ ਹਾਈਐਸਟ ਅਵਾਰਡ, ਤੁਸੀਂ 1% ਸਾਰੀ ਦੁਨੀਆ 'ਚ ਐਲੀਜੀਬਲ ਹੁੰਦੇ ਹੋ। ਵੀ ਮੈਂ ਪਰਮਿੰਦਰ ਸਿੰਘ ਥਿੰਦ ਇੱਕ ਜਿਹੜਾ ਆਪਾਂ ਪਰਸੈਂਟ ਕੈਨੇਡਾ 'ਚ ਗੱਲ ਕਰਦੇ ਹਾਂ, ਜਿੰਨੇ ਵੀ ਐਡਵਾਈਜ਼ਰ ਨੇ ਉਹਨਾਂ 'ਚੋਂ 1% 'ਚ ਮੈਂ ਆਉਣਾ ਜੀ। ਉੱਥੇ ਅਸੀਂ ਕੁਆਲੀਫਾਈ ਕੀਤੇ ਹਾਂ। ਇਹ ਹੈ ਵੀ ਮੈਂ ਇਸ ਕਰਕੇ ਉੱਥੇ ਤੱਕ ਪਹੁੰਚਿਆ। ਸਾਨੂੰ ਆਪ ਚਲੋ ਕੰਮ ਤਾਂ ਆਪਦੇ ਵੱਲੋਂ ਵਧੀਆ ਕਰਦਾ ਕਮਿਊਨਿਟੀ ਨੇ ਸਾਨੂੰ ਸਾਥ ਦਿੱਤਾ, ਸਪੋਰਟ ਦਿੱਤੀ, ਫੈਮਿਲੀ ਅਤੇ ਫਰੈਂਡਸ ਨੇ ਇੱਥੋਂ ਤੱਕ ਤਾਂ ਪਹੁੰਚੇ। 10 ਸਾਲ ਹੋ ਗਏ ਸਾਨੂੰ, ਪਰ ਸਾਡਾ ਵੀ ਇਹੀ ਰਹਿੰਦਾ ਵਧੀਆ ਤੋਂ ਵਧੀਆ ਕੰਮ ਕਰੀਏ, ਅਤੇ ਕਮਿਊਨਿਟੀ ਨੇ ਸਾਡਾ ਸਾਥ ਦਿੱਤਾ। ਲਾਸਟ 10 ਸਾਲਾਂ ਤੋਂ ਅਸੀਂ ਹੁਣ ਮੈਨੂੰ ਅਵਾਰਡ ਮਿਲਿਆ। ਬੋਸਟਨ 'ਚ ਕਾਨਫਰੰਸ ਸੀਗੀ, ਉੱਥੇ ਹਫਤਾ ਸੀਗਾ, ਉੱਥੇ ਵੀ ਬਹੁਤ ਮੋਟੀਵੇਸ਼ਨਲ ਸਪੀਕਰ ਆਉਂਦੇ ਨੇ। ਲੋਕ ਸਾਨੂੰ ਫਿਰ ਵਾਚ ਕਰਦੇ ਵੀ ਤੁਸੀਂ ਇੱਥੋਂ ਤੱਕ ਕਿੱਦਾਂ ਪਹੁੰਚੇ। ਉਹ ਤੁਹਾਨੂੰ ਜਾਣਨਾ ਚਾਹੁੰਦੇ ਨੇ ਤੁਹਾਡੇ, ਫਿਰ ਤੁਹਾਨੂੰ ਮੈਂਟਰ ਚੂਜ਼ ਕਰਨਾ ਚਾਹੁੰਦੇ ਵੀ ਜਿੱਦਾਂ ਵੀ ਆਪਾਂ ਇਹੀ ਕਹਿੰਦੇ ਵੀ ਦਿਲ ਦੀ ਸਾਰਿਆਂ ਨਾਲੋਂ ਵਧੀਆ ਐਕਸਰਸਾਈਜ਼ ਕੀ ਹੈ? ਐਕਸਰਸਾਈਜ਼ ਇਹ ਵੀ ਕਿਸੇ ਤੋਂ ਤੁਸੀਂ ਹੈਲਪ ਕਰ ਸਕੋ। ਇਹ ਵੀ ਜਦੋਂ ਤੁਸੀਂ ਇੱਦਾਂ ਦੀ ਸੰਸਥਾ ਵਾਸਤੇ ਕੰਮ ਕਰਦੇ ਹੋ, ਤੁਸੀਂ ਦੇਖਦੇ ਹੋ ਫਿਰ ਇਹ ਵੀ ਹੋਰ ਦੂਜੇ ਐਡਵਾਈਜ਼ਰਾਂ ਨੂੰ ਕਿੱਦਾਂ ਅਸੀਂ ਇੰਪਰੂਵ ਕਰ ਸਕੀਏ। ਇਹ ਹੈ ਵੀ ਇੰਸ਼ੋਰੈਂਸ ਇੰਡਸਟਰੀ ਹੈਗੀ, ਇਹ ਨਹੀਂ ਵੀ ਅੱਗੇ ਤੋਂ ਅੱਗੇ ਆਪਾਂ ਬੰਦੇ ਜੁੜੀ ਜਾਈਏ। ਵੀ ਇਹ ਵੀ ਐਂਡ ਦਾ ਡੇ ਜਿਹੜਾ ਕੰਜ਼ਿਊਮਰ ਹੈਗਾ, ਜਿਹਨੇ ਚੀਜ਼ ਲੈਣੀ ਉਹਦੇ ਵਾਸਤੇ ਅਸੀਂ ਵਧੀਆ ਕੀ ਕਰ ਰਹੇ ਹਾਂ। ਵੀ ਇਹ ਵੀ ਤੁਸੀਂ ਰੋਲ ਮਾਡਲ ਹੋਣੇ ਚਾਹੀਦੇ ਉਹਨਾਂ ਵਾਸਤੇ, ਆਪਣੀ ਕਮਿਊਨਿਟੀ ਵਾਸਤੇ, ਆਪਣੇ ਪਰਿਵਾਰ ਵਾਸਤੇ। ਪਰ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਉਂਦੀਆਂ ਨੇ। ਇਹ ਵੀ ਆਪਾਂ ਦੁਨੀਆ ਤੋਂ ਆਪਾਂ ਦੂਜਿਆਂ ਦਾ ਡਿਫਰੈਂਸ ਕਿੱਦਾਂ ਕੰਮ ਕਰ ਸਕਦੇ ਹਾਂ। ਇਸ ਕਰਕੇ ਜਿਹੜਾ ਅਵਾਰਡ ਮਿਲਿਆ ਅਤੇ ਧੰਨਵਾਦ ਕਰਨਾ ਚਾਹੁੰਦਾ ਕਮਿਊਨਿਟੀ ਦਾ ਇੱਕ ਵਾਰੀ ਇਹ ਫਿਰ ਜੀ ਤਹਿ ਦਿਲੋਂ ਸਾਡੇ 'ਤੇ ਵਿਸ਼ਵਾਸ ਕੀਤਾ ਅਤੇ ਅਸੀਂ ਉਹਨਾਂ ਦੇ ਵਿਸ਼ਵਾਸਾਂ 'ਤੇ ਟਿਕੇ ਹੋਏ ਹਾਂ। ਇਸੇ ਕਰਕੇ ਵਧੀਆ ਕੰਮ ਕਰਨਾ, ਜਿੱਦਾਂ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਉੱਦਾਂ ਦੀ ਚੀਜ਼ ਅਸੀਂ ਕਲਾਇੰਟਾਂ ਨੂੰ ਦੱਸੀਏ ਵੀ ਵਧੀਆ ਤੋਂ ਵਧੀਆ ਚੀਜ਼ ਕਿੱਥੋਂ ਆਉਂਦੀ ਅਤੇ ਸਸਤੀ ਕਿੱਥੋਂ ਮਿਲਦੀ, ਕੀ ਸਾਨੂੰ ਚੀਜ਼ਾਂ ਦੀ ਲੋੜ ਹੈਗੀ ਜੀ। ਬਹੁਤ ਬਹੁਤ ਮਿਹਰਬਾਨੀ ਥਿੰਦ ਸਾਹਿਬ, ਸ਼ੁਕਰੀਆ ਜੀ। ਥੈਂਕ ਯੂ ਸੋ ਮਚ। ਦੋਸਤੋ, ਪਰਮਿੰਦਰ ਸਿੰਘ ਥਿੰਦ ਹੋਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਫ਼ੋਨ ਨੰਬਰ ਥੱਲੇ ਲਿਖਿਆ ਆ ਰਿਹਾ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਸਲਾਹ ਚਾਹੀਦੀ ਹੈ ਟਰੈਵਲ ਇੰਸ਼ੋਰੈਂਸ ਬਾਰੇ ਖਾਸ ਕਰਕੇ, ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਬਹੁਤ ਸਾਰੇ ਨੁਕਤੇ, ਬਹੁਤ ਸਾਰੀਆਂ ਗੱਲਾਂ ਨੇ। ਫ਼ੋਨ ਕਰ ਲਓ ਇਹਨਾਂ ਨੂੰ, ਇਹਦੀ ਸਲਾਹ ਤੁਸੀਂ ਲੈਣੀ ਹੈ ਤਾਂ ਕੋਈ ਵੀ ਸਲਾਹ ਤੁਹਾਨੂੰ ਇਹ ਦੇ ਸਕਦੇ ਨੇ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।